इस वेले पंजाब के सिर ते जिहड़ा 2.5 लाख करोड़ के करीब का कर्जा है, ਇਹਦੇ ਲਈ ਜ਼ਿੰਮੇਵਾਰ ਆਪਾਂ ਕਿਸ ਨੂੰ ਮੰਨੀਏ? ਕਿਹੜੀਆਂ ਪਾਲਿਸੀਆਂ ਜ਼ਿੰਮੇਵਾਰ ਨੇ ਜਿਹੜਾ ਕਰਜ਼ਾ ਜਿਹੜਾ ਪੰਜਾਬ ਤੇ ਲਗਾਤਾਰ ਵੱਧਦਾ ਹੀ ਜਾ ਰਿਹਾ? 97 ਦੇ ਵਿੱਚ ਜਦੋਂ ਬਿਜਲੀ ਮੁਫਤ ਕੀਤੀ ਆ ਤੇ ਉਸ ਤੋਂ ਬਾਅਦ ਚੁੰਗੀਆਂ ਮੁਫਤ ਕੀਤੀਆਂ ਨੇ ਤੇ ਇਹਨਾਂ ਨੇ ਕੋਈ ਬਦਲਵਾਂ ਇੰਤਜ਼ਾਮ ਨਹੀਂ ਕੀਤਾ। ਟੈਕਸ ਚੋਰੀ ਕਿਸ ਤਰ੍ਹਾਂ ਕਰਦੇ ਰਹੇ, ਕੌਣ ਕਰਦੇ ਰਹੇ, ਉਹਨਾਂ ਦੇ ਵਿੱਚ ਸਰਕਾਰ ਕੋਈ ਆਪਣੇ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਇਹੋ ਜਿਹੇ ਮਸਲਿਆਂ ਤੇ? ਲੇਕਿਨ 80s ਦੇ ਵਿੱਚ ਸਾਰੇ ਡਰ ਗਏ, ਬੰਦੂਕ ਤੋਂ ਡਰ ਗਏ। ਬਿਲਕੁਲ। ਤੇ ਡਰਦੇ ਮਾਰੇ ਸਾਰੇ ਅੰਦਰ ਵੜ ਗਏ। ਕੀ ਮੰਨਦੇ ਹੋ ਕਿ 5 ਸਾਲ 'ਚ 50,000 ਕਰੋੜ ਤੇ ਉਸ ਤੋਂ ਬਾਅਦ 'ਚੋਂ 2 ਲੱਖ ਕਰੋੜ 10 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਕਰਤਾ ਇਹਨਾਂ ਨੇ? ਉਹਨਾਂ ਦੇ ਘਰਾਂ ਦਾ ਕੋਈ ਰਿਕਾਰਡ ਨਹੀਂ ਨਾ ਉਹਨਾਂ ਤੇ ਕੋਈ ਹਾਊਸ ਟੈਕਸ ਨਹੀਂ ਲੱਗਦਾ, ਸੀਵਰੇਜ ਦਾ ਬਿੱਲ ਨਹੀਂ ਦਿੰਦੇ, ਪਾਣੀ ਦਾ ਬਿੱਲ ਨਹੀਂ ਦਿੰਦੇ, ਕੋਈ ਕਨੈਕਸ਼ਨ ਗਏ ਹੁੰਦੇ ਨੇ, ਸੜਕਾਂ ਵੀ ਉੱਥੇ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਨਾਲੇ ਉਹਨਾਂ ਨੂੰ ਇਹ ਵੀ ਹੁੰਦਾ ਨਾ ਕਿ 5 ਸਾਲਾਂ ਬਾਅਦ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ। ਹਾਂ, ਦੂਜਾ ਸੰਕਟ ਦੀ ਨਿਸ਼ਾਨੀ ਜਿਹੜੀ ਵੱਡੀ ਹੈ ਜੀ, ਉਹ ਹੈ ਕਿ ਅਸੀਂ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਮੌਕੇ ਨਹੀਂ ਪੈਦਾ ਕਰ ਰਹੇ। ਬੇਰੁਜ਼ਗਾਰੀ ਦਾ ਕਾਰਨ ਕੀ ਮੰਨਦੇ ਹੋ? ਨੌਜਵਾਨ ਬੇਰੁਜ਼ਗਾਰ ਕਿਉਂ ਹੋ ਰਹੇ ਨੇ? ਪੜ੍ਹ ਲਿਖ ਤਾਂ ਰਹੇ ਨੇ, ਆਪਣੇ ਵੱਲੋਂ ਮਿਹਨਤ ਵੀ ਕਰ ਰਹੇ ਨੇ, ਬਾਹਰਲੇ ਮੁਲਕਾਂ 'ਚ ਵੀ ਜਾ ਕੇ ਸਫਲ ਹੋ ਜਾਂਦੇ ਨੇ, ਇੱਥੇ ਕੀ ਕਾਰਨ ਮੰਨਦੇ ਹੋ? ਟੀਚਰ ਸਟੂਡੈਂਟ ਰੇਸ਼ੋ ਤੁਸੀਂ ਮੇਨਟੇਨ ਕਰਨੀ ਹੋਵੇ ਤਾਂ 60-70 ਹਜ਼ਾਰ ਟੀਚਰ ਨਵੇਂ ਭਰਤੀ ਕੀਤੇ ਜਾ ਸਕਦੇ ਨੇ। ਜੀ, ਸੋ ਇੱਕ ਤਾਂ ਸਰਕਾਰ ਨੌਕਰੀ ਨਹੀਂ ਦਿੰਦੀ। ਹੁਣ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਕਿ ਘਰ ਘਰ ਨੌਕਰੀ ਦੇਵਾਂਗੇ, ਹਾਲਾਂਕਿ ਉਹ ਜਿਹੜਾ ਉਹ ਕਹਿੰਦੇ ਨੇ ਕਿ ਮੂੰਹ ਮੱਥਾ ਜਿਹਾ ਉਹਦਾ ਵਿਗਾੜ ਕੇ ਕਹਿ ਦਿੱਤਾ ਕਿ ਨਹੀਂ, ਅਸੀਂ ਤਾਂ ਉਹ ਮੇਲਿਆਂ ਵਾਲੀਆਂ ਨੌਕਰੀਆਂ ਦੀ ਗੱਲ ਕੀਤੀ ਸੀਗੀ। ਸਾਡੇ ਲਾਗੇ ਹਿਮਾਚਲ ਹੈ, ਉਹਨਾਂ ਨੇ ਫਿਕਸ ਕੀਤਾ ਹੈਗਾ, ਜਿਹੜੀ ਯੂਪੀ 'ਚ ਉਹਨਾਂ ਨੇ ਕਰਤਾ ਹੈਗਾ, ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਕੀਤਾ ਹੈ, ਲੇਕਿਨ ਪੰਜਾਬ 'ਚ ਕੀਤਾ ਨਹੀਂ ਹੈ। GST ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਪਹਿਲਾਂ ਤਾਂ ਬੜੀ ਇਹਦਾ ਪੱਖ ਪੂਰਦੇ ਰਹੇ ਨੇ ਕਿ ਇਹ ਪੰਜਾਬ ਲਈ ਲਾਹੇਵੰਦ ਹੈ, ਤੇ ਹੁਣ GST ਨੂੰ ਲੈ ਕੇ ਤਰਲਾ ਕੱਢਣਾ ਪੈ ਰਿਹਾ, ਜਾ ਕੇ ਕੇਂਦਰ ਦੇ ਹਾੜੇ ਕੱਢਣੇ ਪੈਂਦੇ ਨੇ ਕਿ ਸਾਨੂੰ ਬਕਾਇਆ ਦਿਓ। ਤੁਹਾਨੂੰ 15-20 ਹਜ਼ਾਰ ਕਰੋੜ ਐਡੀਸ਼ਨਲ ਰੈਵਨਿਊ ਆ ਜਾਏਗਾ ਜੀ, ਤੇ ਉਸ ਰਾਏ ਦੇ ਉੱਤੇ ਇਹ ਜਾ ਕੇ ਮੋਹਰ ਲਾ ਰਹੇ। ਮਸਲਾ ਆਰਥਿਕ ਜਿਹੜਾ ਸੰਕਟ ਉਹ ਬੇहद ਗੰਭੀਰ ਹੈ, ਹੱਲ ਕੀ ਹੈ ਇਹਦਾ? ਹੁਣ ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਆਰਥਿਕ ਹਾਲਾਤ ਬਾਰੇ ਅਤੇ ਖੇਤੀ ਸੰਕਟ ਦੇ ਬਾਰੇ। ਪੰਜਾਬ ਲਗਾਤਾਰ ਕਰਜ਼ਈ ਹੁੰਦਾ ਜਾ ਰਿਹਾ, ਕਿਉਂ ਹੁੰਦਾ ਜਾ ਰਿਹਾ? ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ? ਪਿਛਲੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ? ਮੌਜੂਦਾ ਸਰਕਾਰ ਦਾ ਰੋਲ ਕਿਸ ਤਰ੍ਹਾਂ ਦਾ ਹੈ? ਉਸ ਤੋਂ ਬਾਅਦ ਅਸੀਂ ਖੇਤੀ ਸੰਕਟ ਦੇ ਵਿੱਚ ਗੱਲ ਕਰਾਂਗੇ ਕਿ ਹੁਣ ਜਿਹੜਾ ਖੇਤੀ ਸੰਕਟ ਪੰਜਾਬ ਦੇ ਸਿਰ ਆਣ ਪਿਆ ਹੈ, ਇਹਦੀਆਂ ਜੜ੍ਹਾਂ ਕਿੱਥੇ ਤੱਕ ਫੈਲੀਆਂ ਹੋਈਆਂ ਨੇ, ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪੰਜਾਬ ਦੇ ਉੱਘੇ ਅਰਥ ਵਿਗਿਆਨੀ ਡਾਕਟਰ ਸੁੱਚਾ ਸਿੰਘ ਗਿੱਲ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ। ਧੰਨਵਾਦ ਮੈਨੂੰ ਲੋਕਰਾਜ ਚੈਨਲ ਵਿੱਚ ਸ਼ਾਮਲ ਕਰਨ ਵਾਸਤੇ। ਜੀ, ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਸਮਾਂ ਦੇਣ ਦੇ ਲਈ। ਡਾਕਟਰ ਸਾਹਿਬ, ਪੰਜਾਬ ਦੀ ਆਰਥਿਕ ਹਾਲਾਤ 'ਤੇ ਜੇ ਅਸੀਂ ਗੱਲ ਸ਼ੁਰੂ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਸਿਰ ਤੇ ਜਿਹੜਾ 2.5 ਲੱਖ ਕਰੋੜ ਦੇ ਕਰੀਬ ਦਾ ਕਰਜ਼ਾ ਹੈ, ਇਹਦੇ ਲਈ ਜ਼ਿੰਮੇਵਾਰ ਆਪਾਂ ਕਿਸ ਨੂੰ ਮੰਨੀਏ? ਕਿਹੜੀਆਂ ਪਾਲਿਸੀਆਂ ਜ਼ਿੰਮੇਵਾਰ ਨੇ ਜਿਹੜਾ ਕਰਜ਼ਾ ਜਿਹੜਾ ਪੰਜਾਬ ਤੇ ਲਗਾਤਾਰ ਵੱਧਦਾ ਹੀ ਜਾ ਰਿਹਾ? ਇਹ ਜੇ ਤੁਸੀਂ ਦੇਖੋ ਨਾ, 1985-86 ਤੱਕ ਸੂਬੇ ਦੀ ਸਰਕਾਰ ਕਰਜ਼ੇ ਤੋਂ ਮੁਕਤ ਸੀਗੀ। ਜੀ, ਫਿਰ ਜਦੋਂ ਇਲੈਕਸ਼ਨਾਂ ਹੋ ਕੇ ਬੇਅੰਤ ਸਿੰਘ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਦੋਂ ਪੰਜਾਬ ਦੇ ਸਿਰ 8500 ਕਰੋੜ ਦਾ ਕਰਜ਼ਾ ਸੀਗਾ। ਜੀ, ਜਿਹੜਾ ਕਿ ਅੱਤਵਾਦ ਦੇ ਸਮੇਂ ਉਸ ਵੇਲੇ ਹਾਲਾਤ ਜਿਹੜੇ ਵਿਗੜੇ ਸੀਗੇ, ਉਹਦੇ ਵਿੱਚ ਸਿਕਿਉਰਿਟੀ ਫੋਰਸਿਸ 'ਤੇ ਖਰਚ ਕੀਤਾ ਸੀਗਾ। ਅਤੇ ਕੇਂਦਰ ਨੇ ਕਿਹਾ ਕਿਉਂਕਿ ਅਸੀਂ ਤੁਹਾਡਾ ਲਾਅ ਐਂਡ ਆਰਡਰ ਠੀਕ ਕਰਨ ਵਾਸਤੇ ਤੁਹਾਨੂੰ ਕਰਜ਼ਾ ਦਿੱਤਾ ਹੈ, ਜੀ, ਪੈਰਾਮਿਲਟਰੀ ਅਤੇ ਮਿਲਟਰੀ ਦੀਆਂ ਫੋਰਸਿਸ ਲਾਈਆਂ ਨੇ, ਇਹ ਤੁਹਾਡੇ ਸਿਰ ਕਰਜ਼ਾ ਤੁਸੀਂ ਮੋੜੋਗੇ। ਜੀ, ਅਤੇ ਉਹ ਕਰਜ਼ਾ ਜਿਹੜਾ ਹੈ ਉੱਥੋਂ ਸ਼ੁਰੂ ਹੁੰਦਾ ਸਾਡੀ ਕਹਾਣੀ ਜਿਹੜੀ ਹੈ। ਉਸ ਤੋਂ ਬਾਅਦ ਇਹ ਕਰਜ਼ਾ ਜਿਹੜਾ ਹੈ ਇਹਦੇ ਖਿਲਾਫ ਰੌਲਾ ਪਿਆ, ਸਿਆਸੀ ਪਾਰਟੀਆਂ ਨੇ ਵੀ ਰੌਲਾ ਪਿਆ, ਸਮਾਜਿਕ ਜਥੇਬੰਦੀਆਂ ਨੇ ਵੀ ਰੌਲਾ ਪਿਆ। ਇਹ ਜਦੋਂ ਗੁਜਰਾਲ ਦੀ ਸਰਕਾਰ ਬਣਦੀ ਹੈ ਅਤੇ ਇਹ ਕਰਜ਼ਾ ਕੁਛ ਕਿਸ਼ਤਾਂ ਦੇਣ ਤੋਂ ਬਾਅਦ ਮਾਫ ਹੋ ਗਿਆ। ਜੀ, ਅਤੇ ਇਹ ਫਿਰ ਕਿਉਂਕਿ ਸਾਡਾ ਜਿਹੜੇ ਫਾਈਨਾਂਸਿਸ ਸੀਗੇ ਸਟੇਟ ਦੇ, ਉਹ ਇਸ ਤਰ੍ਹਾਂ ਬਣੇ ਕਿ ਕਿਹਾ ਗਿਆ ਕਿ ਲਾਅ ਐਂਡ ਆਰਡਰ ਜਿਹੜਾ ਹੈ ਇਹ ਸਾਡੀ ਪ੍ਰਾਥਮਿਕਤਾ ਹੈ, ਔਰ ਕਿਸੇ ਤੋਂ ਕੋਈ ਟੈਕਸ ਦਿੰਦਾ ਜਾਂ ਨਹੀਂ ਦਿੰਦਾ ਸਖਤੀ ਨਹੀਂ ਕਰਨੀ। ਜੀ, ਇਸ ਕਰਕੇ ਟੈਕਸ ਦੀ ਉਗਰਾਹੀ ਘਟ ਗਈ, ਔਰ ਜਿਹੜੀ ਬਿਊਰੋਕ੍ਰੇਸੀ ਹੈ ਅਤੇ ਪੋਲੀਟੀਸ਼ੀਅਨ ਹੈ ਉਹ ਟੈਕਸ ਦੀ ਚੋਰੀ ਕਰਵਾਉਣ ਲੱਗੇ ਅਤੇ ਗੌਰਮੈਂਟ ਦਾ ਬਜਟ ਜਿਹੜਾ ਅਸਾਵਾਂ ਹੋ ਗਿਆ। ਜੀ, ਇਸ ਪੀਰੀਅਡ ਦੇ ਵਿੱਚ ਹੀ ਸੈਂਟਰ ਗੌਰਮੈਂਟ ਨੇ ਫਾਈਨਾਂਸ ਕਮਿਸ਼ਨ ਦੇ ਰਾਹੀਂ ਇਹ ਫੈਸਲਾ ਕਰਵਾਤਾ ਕਿ ਅੱਗੇ ਤੋਂ ਜੋ ਕੋਈ ਸੂਬਾ ਸਰਕਾਰ ਸੰਕਟ ਜਾਂਦੀ ਹੈ ਤਾਂ ਉਹਨੂੰ ਕਰਜ਼ਾ ਦੇਣ ਦੀ ਬਜਾਏ ਉਹ ਮਾਰਕੀਟ ਦੇ ਵਿੱਚੋਂ ਕਮਰਸ਼ੀਅਲ ਬਾਰੋਇੰਗ ਕਰਨ। ਜੀ, ਅਤੇ ਇਹ ਕਿਉਂਕਿ ਪੰਜਾਬ ਦਾ ਬਜਟ ਇੰਬੈਲੈਂਸ ਹੋ ਗਿਆ ਸੀਗਾ,
ਤੋ ਇਸ ਕਰਕੇ ਇਹਨਾਂ ਨੇ ਸ਼ੁਰੂ 'ਚ ਥੋੜ੍ਹੀ ਜਿਹੀ ਕਮਰਸ਼ੀਅਲ ਬੋਰੋਇੰਗ ਕੀਤੀ ਜੀ। ਉਸ ਤੋਂ ਬਾਅਦ 97 ਦੇ ਵਿੱਚ ਜਦੋਂ ਬਿਜਲੀ ਮੁਫਤ ਕੀਤੀ ਆ ਤੇ ਉਸ ਤੋਂ ਬਾਅਦ ਚੁੰਗੀਆਂ ਮੁਫਤ ਕੀਤੀਆਂ ਨੇ ਜੀ। ਤੇ ਇਹਨਾਂ ਨੇ ਕੋਈ ਬਦਲਵਾਂ ਇੰਤਜ਼ਾਮ ਨਹੀਂ ਕੀਤਾ ਕਿ ਅਸੀਂ ਇਹਨਾਂ ਦੀ ਭਰਪਾਈ ਕਿੱਥੋਂ ਕਰਾਂਗੇ ਜੀ। ਤੋ ਬਿਜਲੀ ਬੋਰਡ ਨੂੰ ਪਹਿਲਾਂ ਤਾਂ ਚੁੰਗੀਆਂ ਦਾ 250 ਕਰੋੜ ਗਿਆ, ਬਿਜਲੀ ਬੋਰਡ ਦਾ ਵੀ ਥੋੜਾ ਜਿਹਾ ਸ਼ੁਰੂ 'ਚ ਸੀਗਾ, ਲੇਕਿਨ ਇਸ ਵੇਲੇ ਜਿਹੜਾ ਬਿਜਲੀ ਬੋਰਡ ਦਾ ਡੈਫੀਸਿਟ ਹੈ ਜਿਹਦੇ ਤੇ ਮੁਫਤ ਬਿਜਲੀ ਜਾਂਦੀ ਹੈ ਜੀ, ਉਹ ਕੋਈ 10,000 ਕਰੋੜ ਦੇ ਕਰੀਬ ਹੈ। ਜਿਹੜੀ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਨਹੀਂ, ਜਾਂਦੀ ਸਾਰੀ ਕਿਸਾਨਾਂ ਨੂੰ ਨਹੀਂ ਹੈ ਜੀ। ਕਿਸਾਨਾਂ ਨੂੰ ਤਾਂ 7-8 ਹਜ਼ਾਰ ਕਰੋੜ ਦੀ ਹੈ ਜੀ। ਕੁਛ ਬਿਜਲੀ ਜਿਹੜੀ ਆ ਜਿਹੜੇ ਵੀਕਰ ਸੈਕਸ਼ਨਸ ਨੇ ਜਿਵੇਂ ਸ਼ਡਿਊਲਡ ਕਾਸਟ ਹਰੀਜਨ ਹੈ ਉਹਨਾਂ ਨੂੰ ਮੁਫਤ ਜਾਂਦੀ ਆ 100 ਜਿਹੜੇ ਵਾਟ ਤੱਕ ਜਿਹੜਾ ਹੈਗਾ ਜੀ। ਤੇ ਕੁਛ ਬਿਜਲੀ ਜਿਹੜੀ ਆ ਹੁਣ ਇਹਨਾਂ ਨੇ ਇੰਡਸਟਰੀ ਨੂੰ ਮੁਫਤ ਕੀਤੀ ਆ ਜੀ। ਸਸਤੀ ਕੀਤੀ ਸਸਤੀ ਕੀਤੀ ਹੈ। ਤੇ ਇਹਦੇ ਤੇ ਵੀ 600-700 ਕਰੋੜ ਦਾ ਖਰਚਾ ਹੈ। ਸੋ ਹੁਣ ਜਿਹੜਾ ਮੌਜੂਦਾ ਬਜਟ ਮਨਪ੍ਰੀਤ ਸਿੰਘ ਬਾਦਲ ਨੇ ਪਾਸ ਕੀਤਾ ਸੀਗਾ ਫਰਵਰੀ ਮਾਰਚ ਦੇ ਵਿੱਚ ਜੀ। ਇਹ ਜਿਹੜਾ ਸਬਸਿਡੀ ਦਾ ਬਿੱਲ ਹੈ ਬਿਜਲੀ ਦਾ ਉਹ 10,000 ਕਰੋੜ ਦੇ ਆਸ-ਪਾਸ ਹੈ ਤਿੰਨਾਂ ਨੂੰ ਮਿਲਾ ਕੇ ਜੀ। ਤੇ ਉਹ ਸਾਲਾਨਾ ਹੋ ਗਿਆ, ਖਰਚਾ ਵਧ ਗਿਆ। ਫਿਰ ਇਹਨਾਂ ਨੇ ਪਪੂਲਰ ਸਕੀਮਾਂ ਸ਼ੁਰੂ ਕਰਤੀਆਂ, ਸ਼ਗਨ ਸਕੀਮ, ਫਲਾਣੀ ਸਕੀਮ। ਫਿਰ ਜਿਹੜਾ ਹੈਗਾ ਜਿਹੜੇ ਅਨਾਜ ਸਸਤਾ ਦੇਣਾ ਜੀ। ਅਨਾਜ ਸਸਤਾ ਤੇ ਉਹਨਾਂ ਨੂੰ ਦੋ ਜਿਹੜੇ ਗਰੀਬ ਨੇ, ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ। ਬਿਲਕੁਲ। ਲੇਕਿਨ ਇਹਨਾਂ ਨੇ ਅੱਧੇ ਪੰਜਾਬ ਨੂੰ ਕਾਰਡ ਦੇ ਦਿੱਤੇ ਜੀ। ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਹਕੂਮਤ 'ਚ ਕਾਫੀ ਚੱਲਿਆ ਜੀ ਕਿ ਉਹ ਵੀ ਖਾਂਦੇ ਪੀਂਦੇ ਘਰਾਂ ਨੇ ਵੀ ਕਾਰਡ ਬਣਾ ਲਏ। ਬਿਲਕੁਲ। ਤੇ ਉਹ ਵੱਡਾ ਬਜਟ ਉਹ ਬਣ ਗਿਆ ਹੈਗਾ। ਫਿਰ ਹੈ ਕਿ ਇਹਨਾਂ ਨੇ ਸਰਕਾਰੀ ਅਦਾਰੇ ਮਾਰਤੇ, ਜਿਵੇਂ PRTC ਜਿਹੜੀ ਹੈ ਉਹਨੂੰ ਬੰਦ, ਪ੍ਰਾਈਵੇਟ ਟਰਾਂਸਪੋਰਟ ਨੂੰ ਇਨਕਰੇਜ ਕੀਤਾ, PRTC ਘਾਟੇ ਚਲ ਗਈ, ਪੰਜਾਬ ਰੋਡਵੇ ਘਾਟੇ ਚਲ ਗਈ। ਫਿਰ ਮੁਲਾਜ਼ਮਾਂ ਦੇ ਤਨਖਾਹ ਰਿਵਾਈਜ਼ ਹੋਵੇ, ਫਿਰ ਇਹਨਾਂ ਨੇ ਕੋਈ ਟੈਕਸ ਦਾ ਨਵਾਂ ਇੰਤਜ਼ਾਮ ਨਹੀਂ ਕੀਤਾ। ਸੋ ਟੈਕਸ ਐਫਰਟ ਜਿਹੜੀ ਹੈ ਬੜੀ ਕਮਜ਼ੋਰ ਰਹੀ ਹੈ, ਖਰਚੇ ਵੱਧਦੇ ਗਏ। ਤੇ ਟੈਕਸ ਚੋਰੀ ਕਿਸ ਤਰ੍ਹਾਂ ਕਰਦੇ ਰਹੇ, ਕੌਣ ਕਰਦੇ ਰਹੇ, ਉਹਨਾਂ ਦੇ ਵਿੱਚ ਸਰਕਾਰ ਕੋਈ ਆਪਣੇ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਇਹੋ ਜਿਹੇ ਮਸਲਿਆਂ ਤੇ? ਗੱਲ ਇਹ ਆ ਕਿ ਜਿਹੜੇ ਚੋਰੀ ਕਰਨ ਵਾਲੇ ਬੰਦੇ ਨੇ ਬੜੇ ਇਨਫਲੂਐਂਸ਼ੀਅਲ ਨੇ ਜੀ। ਇੱਕ ਆਮ ਤੌਰ ਤੇ ਅੱਜ ਕੱਲ੍ਹ ਰੌਲਾ ਪੈ ਰਿਹਾ ਐਕਸਾਈਜ਼ ਦੀ ਚੋਰੀ ਬਹੁਤ ਹੁੰਦੀ, ਸ਼ਰਾਬ ਦੀ ਜੀ। ਤੇ ਸ਼ਰਾਬ ਦੀ ਚੋਰੀ ਕਰਾਉਣ ਵਾਲਿਆਂ 'ਚ ਜਿਹੜੇ ਸਮਗਲਰ ਨੇ ਜਾਂ ਟੈਕਸ ਚੋਰ ਨੇ, ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਪੈਟਰੋਨੇਜ ਮਿਲਦੀ ਆ, ਪੁਲਿਸ ਵੱਲੋਂ ਵੀ ਮਿਲਦੀ ਆ, ਬਿਊਰੋਕ੍ਰੇਸੀ ਵੱਲੋਂ ਵੀ ਮਿਲਦੀ ਆ, ਕੋਈ ਪੋਲੀਟੀਕਲ ਬੰਦੇ ਵੀ ਇਹ 'ਚ ਇਨਵੋਲਵ ਹੋ ਜਾਂਦੇ ਨੇ। ਫਿਰ ਆਪਾਂ ਨੂੰ ਪਤਾ ਕਿ ਰੇਤਾ ਬਜਰੀ ਦੇ ਵਿੱਚ ਕਾਫੀ ਚੋਰੀ ਹੋ ਰਹੀ ਹੈ। ਫਿਰ ਹੋਰਨਾਂ ਚੀਜ਼ਾਂ 'ਚ ਵੀ ਚੋਰੀ ਬਹੁਤ ਹੁੰਦੀ ਹੈ, ਜਿਵੇਂ GST 'ਚ ਵੀ ਕਾਫੀ ਚੋਰੀ ਹੋ ਰਹੀ ਹੈ ਜੀ। ਤੇ ਉਹ ਇੱਕ ਸਿਸਟਮ ਸੀਗਾ ਕਿ ਜਿਹਦੇ 'ਚ ਲੋਕੀ ਜਿਹੜੇ ਟੈਕਸ ਮਸ਼ੀਨਰੀ ਸੀ ਉਹ ਕਾਫੀ ਐਫੀਸ਼ੀਐਂਟਲੀ ਪਹਿਲਾਂ ਕੰਮ ਕਰਦੀ ਸੀ 80s ਵਿੱਚ ਤੱਕ। ਲੇਕਿਨ 80s ਦੇ ਵਿੱਚ ਸਾਰੇ ਡਰ ਗਏ, ਬੰਦੂਕ ਤੋਂ ਡਰ ਗਏ ਤੇ ਡਰਦੇ ਮਾਰੇ ਸਾਰੇ ਅੰਦਰ ਵੜ ਗਏ। ਔਰ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਟੈਕਸ ਦੇਣੇ ਬੰਦ ਕਰਤੇ, ਉਹਨਾਂ ਨੇ ਸਮਝਿਆ ਸਾਡਾ ਰਾਈਟ ਹੈ। ਫਿਰ ਬਹੁਤ ਸਾਰੇ ਜਿਹੜੇ ਸ਼ਹਿਰੀ ਲੋਕ ਨੇ, ਜਿਹੜੀਆਂ ਸ਼ਹਿਰਾਂ ਦੇ ਮਾਰਕੀਟ ਵਾਈਜ਼ ਨੇ, ਉਹਨਾਂ ਐਸੋਸੀਏਸ਼ਨਾਂ ਬਣਾਈਆਂ। ਐਸੋਸੀਏਸ਼ਨ ਥੋੜ੍ਹੇ ਬਹੁਤ ਪੈਸੇ ਕੱਢ ਕੇ ਉੱਪਰ ਦੇ ਆਉਂਦੇ ਸੀਗੇ, ਟੈਕਸ ਨਹੀਂ ਦਿੰਦੇ। ਸੋ ਇਸ ਕਰਕੇ ਜਿਹੜਾ ਟੈਕਸ ਨਾ ਦੇਣ ਦਾ ਰਿਵਾਜ ਹੈ ਉਹ ਸ਼ੁਰੂ ਹੋਇਆ। ਸੋ ਇਸ ਕਰਕੇ ਸਾਡੇ ਟੈਕਸ ਰੇਟ ਘੱਟ ਨਾ ਹੋਣ ਦੇ ਬਾਵਜੂਦ ਸਾਡੀ ਜਿਹੜੀ ਰਿਕਵਰੀ ਹੈ, ਜਿਹੜੀ ਟੋਟਲ ਸਾਡੀ ਸਟੇਟ ਦੀ ਇਨਕਮ ਹੈ, ਉਹਦਾ 8-9% ਹੈ ਜੀ। ਜਦ ਕਿ ਸਾਡੀ ਜਿਹੜੀ ਕਲੈਕਸ਼ਨ ਹੋਣੀ ਚਾਹੀਦੀ ਟੈਕਸ ਦੀ ਉਹ ਕੁੱਲ ਆਮਦਨ ਦਾ 15-16% ਹੋਣਾ ਚਾਹੀਦਾ। ਇੱਕ ਬਹੁਤ ਵੱਡਾ ਨੋਬਲ ਲਾਰੀਏਟ ਹੋਇਆ, ਉਹਦਾ ਨਾਮ ਹੈਗਾ ਸਟਿਗਲਿਟਸ ਦਾ ਵੀ ਗੁਰੂ ਆ, ਉਹ ਵਰਲਡ ਬੈਂਕ ਦਾ ਵੀ ਪ੍ਰੈਜ਼ੀਡੈਂਟ ਰਿਹਾ ਹੈਗਾ। ਉਹਨਾਂ ਦਾ ਖਿਆਲ ਹੈ ਕਿ ਜੇ ਤੁਹਾਡੀ ਆਮਦਨ ਸਾਲਾਨਾ $1,500 ਹੋ ਜੇ ਜੀ ਤਾਂ ਤੁਹਾਨੂੰ 15-16% ਦੇਸ਼ ਦੀ ਆਮਦਨ ਦਾ ਜਾਂ ਸੂਬੇ ਦੀ ਆਮਦਨ ਦਾ ਟੈਕਸਾਂ ਦੇ ਰੂਪ 'ਚ ਇਕੱਠਾ ਕਰਨਾ ਚਾਹੀਦਾ ਜੀ। ਹੁਣ ਸਾਡੀ ਜਿਹੜੀ ਸੂਬੇ ਦੀ ਪਰ ਕੈਪੀਟਾ ਇਨਕਮ ਹੈ ਡਾਲਰਾਂ 'ਚ ਜੇ ਲਈਏ ਜੀ ਤਾਂ ਉਹ ਕੋਈ $2,000 ਤੋਂ ਵੱਧ ਹੈ ਜੀ। ਠੀਕ ਹੈ ਜੀ, 1,30,35 ਹਜ਼ਾਰ ਪਰ ਕੈਪੀਟਾ ਰੁਪਿਆਂ 'ਚ ਇਨਕਮ ਹੈ ਤੇ ਉਹ ਲਗਭਗ $2,000 ਦੇ ਬਣਦੇ ਨੇ। ਤਾਂ ਅਸੀਂ ਟੈਕਸ ਇਕੱਠਾ ਕਰਦੇ 8%, ਖਰਚੇ ਉਸ ਹਿਸਾਬ ਨਾਲ ਵਧੀ ਜਾਂਦੇ ਨੇ ਜੀ। ਜਿਵੇਂ ਪੁਲਿਸ ਫੋਰਸ ਜਿਹੜੀ ਹੈ 80ਵਿਆਂ ਦੇ ਵਿੱਚ 40,000 ਹੁੰਦੀ ਸੀ, ਹੁਣ 80-85,000 ਅਫਸਰਾਂ ਦੀ ਗਿਣਤੀ ਡਬਲ ਹੋ ਗਈ ਹੈ। ਇੱਕ IG ਸਾਰੇ ਪੁਲਿਸ ਨੂੰ, ਪੰਜਾਬ ਨੂੰ ਕੰਟਰੋਲ ਕਰਦਾ ਇਸ ਪੁਲਿਸ ਨੂੰ, ਹੁਣ 4-5 DGP ਨੇ, IG ਪਤਾ ਨਹੀਂ ਕਿੰਨੇ ਨੇ, ਜਿਹੜੀ ਟਾਪ ਹਾਵੀ ਐਡਮਿਨਿਸਟ੍ਰੇਸ਼ਨ ਹੋ ਗਈ ਹੈ। ਤੇ ਉਹ ਖਰਚੇ ਵਧੀ ਗਏ ਨੇ ਤੇ ਟੈਕਸ ਨਹੀਂ ਉਗਰਾਏ ਤੇ ਇਹ ਫਿਰ ਬਾਰੋਇੰਗ ਕਰੀ ਗਏ ਨੇ ਜੀ। ਤੇ ਬਾਰੋਇੰਗ ਕਰਦੇ ਜਦੋਂ ਕੈਪਟਨ ਨੇ ਹਕੂਮਤ ਛੱਡੀ ਹੈ 2007 ਦੇ ਵਿੱਚ 50,000 ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਸਿਰ ਤੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਹਕੂਮਤ ਛੱਡੀ ਹੈ ਤਾਂ 1 ਲੱਖ ਤੇ 2 ਲੱਖ ਕਰੋੜ ਦੇ ਕਰੀਬ ਕਰਜ਼ਾ ਛੱਡ ਗਏ 10 ਸਾਲਾਂ ਦੇ ਵਿੱਚ। 10 ਸਾਲਾਂ ਦੇ ਵਿੱਚ 5 ਸਾਲ ਉਹਨਾਂ ਦੇ ਤੇ 10 ਸਾਲ ਇਹਨਾਂ ਦੇ, 15 ਸਾਲਾਂ ਦੇ ਵਿੱਚ 2 ਲੱਖ ਕਰੋੜ ਹੋ ਗਿਆ। ਤੇ ਹੁਣ ਇਹਨਾਂ ਨੇ ਵਧਾ ਕੇ
2,30,000 ਕਰੋੜ ਤੇ ਲੱਗੇ ਨੇ ਤੇ ਲੱਗਦਾ ਕਿ ਜਦੋਂ ਸੈਸ਼ਨ ਖਤਮ ਹੋਏਗਾ ਤੇ 2,50,000 ਕਰੋੜ ਹੋ ਜਾਏਗਾ। ਕੀ ਮੰਨਦੇ ਹੋ ਕਿ 5 ਸਾਲ 'ਚ 50,000 ਕਰੋੜ ਤੇ ਉਸ ਤੋਂ ਬਾਅਦ 'ਚੋਂ 2 ਲੱਖ ਕਰੋੜ 10 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਕਰਤਾ ਇਹਨਾਂ ਨੇ? ਉਹ ਇਹੀ ਮੈਂ ਦੱਸ ਰਿਹਾ ਨਾ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਭਾਈਵਾਲ ਸੀ ਨਾ ਬੀਜੇਪੀ ਨੇ ਸ਼ਹਿਰ ਚੋਂ ਟੈਕਸ ਨਹੀਂ ਇਕੱਠੇ ਹੋਣ ਤੇ ਜੀ ਕਿ ਸ਼ਹਿਰਾਂ ਦੇ ਵਿੱਚ ਜਿਵੇਂ ਪਿੱਛੇ ਜੇ ਇੱਕ ਐਸਟੀਮੇਟ ਲਗਾਇਆ ਗਿਆ ਕਿ ਲੁਧਿਆਣੇ ਦੇ ਵਿੱਚ ਜਿਹਦੇ 'ਚ 15, 16 ਜਾਂ 20 ਲੱਖ ਦੇ ਕਰੀਬ ਆਬਾਦੀ ਹੈ, ਉਹਦੇ 'ਚ 4 ਲੱਖ ਤੋਂ ਵੱਧ ਹਾਊਸ ਹੋਲਡ ਨੇ, ਘਰ ਨੇ, ਲੇਕਿਨ ਜਿਹੜੇ ਬਿਜਲੀ ਦਾ ਸੀਵਰੇਜ ਦਾ ਬਿੱਲ, ਪਾਣੀ ਦਾ ਬਿੱਲ ਜਿਹੜੇ ਦਿੰਦੇ 97,000 ਨੇ ਸਿਰਫ ਜੀ। ਸੋ ਟੈਕਸ ਦੀ ਚੋਰੀ ਜਿਹੜੀ ਹੈ ਮਤਲਬ ਸਰਕਾਰ ਦੀ ਸ਼ਹਿ ਤੇ ਮਿਲੇ ਭੁਗਤ ਲੱਗਣੀ ਨਹੀਂ ਤੇ ਟੈਕਸ ਸ਼ਹਿਰ ਦੇ ਵਿੱਚ ਜੀ। ਜਿਹੜੀਆਂ ਨਵੀਆਂ ਕਲੋਨੀਆਂ ਜਿਹੜੀਆਂ ਅਨਆਥੋਰਾਈਜ਼ਡ ਜਿਹਨੂੰ ਕਹਿੰਦੇ ਆ, ਜਦੋਂ ਉਹਨੂੰ ਲੀਗਲਾਈਜ਼ ਕਰਦੇ ਨੇ ਇਲੈਕਸ਼ਨ ਦੇ ਨੇੜੇ ਜਾ ਕੇ, ਉਹਨਾਂ ਦੇ ਘਰਾਂ ਦਾ ਕੋਈ ਰਿਕਾਰਡ ਨਹੀਂ ਨਾ ਕੋ, ਉਹਨਾਂ ਤੇ ਕੋਈ ਹਾਊਸ ਟੈਕਸ ਨਹੀਂ ਲੱਗਦਾ, ਸੀਵਰੇਜ ਦਾ ਬਿੱਲ ਨਹੀਂ ਦਿੰਦੇ, ਪਾਣੀ ਦਾ ਬਿੱਲ ਨਹੀਂ ਦਿੰਦੇ, ਤੇ ਕਨੈਕਸ਼ਨ ਕਮਿਸ਼ਨ ਗਏ ਹੁੰਦੇ ਨੇ, ਸੜਕਾਂ ਵੀ ਉੱਥੇ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਸੋ ਜਿਹੜਾ ਸ਼ਹਿਰੀ ਖੇਤਰ ਹੈ ਜਿੱਥੇ ਆਮਦਨ ਦਾ ਵੱਡਾ ਹਿੱਸਾ ਪੈਦਾ ਹੁੰਦਾ ਹੈ, ਉੱਥੇ ਟੈਕਸ ਦਾ ਰੇਟ ਬਹੁਤ ਘੱਟ ਹੈ। ਤੇ ਹੁਣ ਵੀ ਜਿਹੜੀਆਂ ਸਾਡੀਆਂ ਮਿਊਨਿਸਪੈਲਿਟੀਜ਼ ਨੇ ਚੁੰਗੀਆਂ ਦੇ ਉੱਤੇ ਨਿਰਭਰ ਕਰਦੀਆਂ ਸੀ, ਉਹਨਾਂ ਨੂੰ ਅਸੀਂ ਸਾਡਾ ਜਿਹੜਾ ਕੰਸਾਲੀਡੇਟ ਬਜਟ ਹੈ ਸਰਕਾਰ ਦਾ, ਉਹਦਾ 10% ਦਿੰਦੇ ਹਾਂ ਤਾਂ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇ ਸਕਣ। ਉਹ ਟੈਕਸ ਨਹੀਂ ਇਕੱਠਾ ਹੋ ਰਿਹਾ। ਸ਼ਹਿਰ ਦੇ ਵਿੱਚ ਬਹੁਤ ਪੋਟੈਂਸ਼ੀਅਲ ਤੇ ਟੈਕਸ ਇਕੱਠਾ ਕਰਨ ਦੇ, ਤੋਂ ਨਹੀਂ ਕਰ ਰਹੇ। ਇਸ ਕਰਕੇ ਜਿਹੜਾ ਕਰਜ਼ੇ ਲੈ ਕੇ, ਕਿਉਂਕਿ ਟੈਕਸ ਲਾਓਗੇ ਤੇ ਲੋਕੀ ਨਾਰਾਜ਼ ਹੋਣਗੇ, ਇਸ ਕਰਕੇ ਉਹ ਕਰਜ਼ਾ ਲਈ ਜਾਂਦੇ। ਸਰਕਾਰ ਨੂੰ ਇਹ ਹੈ ਕਿ ਅਸੀਂ ਰਾਜ ਵਿੱਚ ਬਣੇ ਰਹੀਏ, ਲੋਕਾਂ ਨੂੰ ਖੁਸ਼ ਕਰੀ ਜਾਈਏ, ਖਜ਼ਾਨਾ ਭਾਵੇਂ ਖਾਲੀ ਹੋ ਜਾਏ। ਬਿਲਕੁਲ ਇਹੀ ਪ੍ਰਵਿਰਤੀ ਹੈ। ਇਸ ਕਰਕੇ ਅਸੀਂ ਕਰਜ਼ੇ ਦੇ ਭਾਰ ਹੇਠਾਂ ਦੱਬੀ ਜਾਂਦੇ। ਇੱਕ ਪਿੱਛੇ ਜੇ ਤੁਸੀਂ ਇੱਕ ਗੱਲ ਹੋਰ ਹੈ ਕਿ ਜਿਹੜਾ ਸਾਡਾ ਅੱਜ ਸਿਆਸਤਦਾਨ ਹੈ ਨਾ, ਉਹ ਦੂਰ ਦੀ ਨਹੀਂ ਸੋਚਦਾ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਆ ਜਾਂ ਸੂਬੇ ਨੂੰ ਸੰਕਟ ਚੋਂ ਕੱਢਣਾ ਹੈ। ਉਹ ਕਹਿੰਦੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਸਮਾਂ ਟਪਾ ਲਈਏ, ਤੇ ਸਮਾਂ ਟਪਾਉਣ ਵਾਸਤੇ ਉਹ ਸੋਚਦੇ ਨੇ ਜਿੰਨੇ ਪੈਸੇ ਇਕੱਠੇ ਹੁੰਦੇ ਆ ਉਹ ਕਰ ਲਈਏ। ਤੋ ਇਸ ਕਿਸਮ ਦਾ ਕੰਮ ਚੱਲੀ ਜਾਂਦਾ। ਨਾਲੇ ਉਹਨਾਂ ਨੂੰ ਇਹ ਵੀ ਹੁੰਦਾ ਨਾ ਕਿ 5 ਸਾਲਾਂ ਬਾਅਦ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ, ਬਾਅਦ ਦੇ ਵਿੱਚ ਵਾਪਸੀ ਹੋਣੀ, ਸਰਕਾਰ ਆਉਣੀ ਕਿ ਨਹੀਂ ਆਉਣੀ, ਬਸ ਇਹੀ ਹੁੰਦਾ ਕਿ ਜਿੰਨਾ ਕੁ ਚਿਰ ਬਣ ਗਈ ਉਹਨਾਂ ਕੁ ਚਿਰ ਅਸੀਂ ਜਿੰਨਾ ਬਣਾ ਸਕਦੇ ਹਾਂ। ਬਜਟ ਚੱਲਦਾ ਨਾ ਜੀ, ਜੇ ਤੁਸੀਂ ਆਪਣੇ ਆਮਦਨ ਤੋਂ ਵੱਧ ਖਰਚ ਕਰਨ ਲੱਗ ਜਾਓਗੇ ਜੀ ਤਾਂ ਤੁਸੀਂ ਕਰਜ਼ੇ ਦੇ ਜਾਲ 'ਚ ਫਸ ਜਾਓਗੇ। ਬਿਲਕੁਲ। ਤੇ ਹੁਣ ਪੰਜਾਬ ਜਿਹੜੀ ਸਰਕਾਰ ਹੈ, ਸੂਬਾ, ਉਹ ਕਰਜ਼ੇ ਦੇ ਜਾਲ 'ਚ ਫਸ ਗਈ ਹੈ। ਦੂਜਾ ਸੰਕਟ ਦੀ ਨਿਸ਼ਾਨੀ ਜਿਹੜੀ ਵੱਡੀ ਹੈ ਜੀ, ਉਹ ਹੈ ਕਿ ਅਸੀਂ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਮੌਕੇ ਨਹੀਂ ਪੈਦਾ ਕਰ ਰਹੇ। ਸਾਡਾ ਹਰ ਸਾਲ ਕੋਈ 1.25 ਲੱਖ 1.5 ਲੱਖ ਨੌਜਵਾਨ ਜਿਹੜਾ ਬਾਹਰਲੇ ਦੇਸ਼ਾਂ ਜਾ ਰਿਹਾ ਜੀ, ਕਿਉਂਕਿ ਇੱਥੇ ਅਸੀਂ ਸਾਰੀਆਂ ਨੌਕਰੀਆਂ ਜਿਹੜੀਆਂ ਕੱਚੀਆਂ ਕਰਤੀਆਂ ਨੇ ਜੀ, ਪੈਨਸ਼ਨ ਸਕੀਮ ਖਤਮ ਕਰਤੀ ਹੈ, ਔਰ ਕੱਚੀਆਂ ਨੌਕਰੀਆਂ ਦੇ ਵਿੱਚ ਫਿਕਸ ਤਨਖਾਹ ਤੇ ਰੱਖ ਰਹੇ ਹਾਂ, 7-8 ਹਜ਼ਾਰ, ਕੋਈ 5 ਹਜ਼ਾਰ ਤੇ ਰੱਖ ਰਿਹਾ। ਇਹਦੇ ਨਾਲ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ। ਤੇ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ, ਆਲ ਇੰਡੀਆ ਦੇ ਵਿੱਚ ਜਿਹੜੀ 2017-18 ਦੇ ਵਿੱਚ ਐਸਟੀਮੇਟ ਜਨਰੇਟ ਕੀਤੇ ਸੀ, ਉਹ 6.5% ਸੀਗੀ, ਤੇ ਪੰਜਾਬ ਦੇ ਵਿੱਚ 7% ਤੋਂ ਜ਼ਿਆਦਾ ਹੈ। ਤੇ ਲੇਕਿਨ ਜਿਹੜੀ ਯੂਥ ਅਨਇੰਪਲੋਇਮੈਂਟ ਹੈ, ਨੌਜਵਾਨਾਂ 'ਚ ਬੇਰੁਜ਼ਗਾਰੀ ਆ, ਉਹ 17-18% ਹੈ। ਦੱਸੋ ਬੇਰੁਜ਼ਗਾਰੀ ਦਾ ਕਾਰਨ ਕੀ ਮੰਨਦੇ ਹੋ? ਨੌਜਵਾਨ ਬੇਰੁਜ਼ਗਾਰ ਕਿਉਂ ਹੋ ਰਹੇ ਨੇ? ਪੜ੍ਹ ਲਿਖ ਤਾਂ ਰਹੇ ਨੇ, ਆਪਣੇ ਵੱਲੋਂ ਮਿਹਨਤ ਵੀ ਕਰ ਰਹੇ ਨੇ, ਬਾਹਰਲੇ ਮੁਲਕਾਂ 'ਚ ਵੀ ਜਾ ਕੇ ਸਫਲ ਹੋ ਜਾਂਦੇ ਨੇ, ਇੱਥੇ ਕੀ ਕਾਰਨ ਮੰਨਦੇ ਹੋ? ਇੱਕ ਤਾਂ ਜਿੰਨੀਆਂ ਸਰਕਾਰੀ ਨੌਕਰੀਆਂ ਨੇ ਜੀ, ਉਹ ਖਾਲੀ ਜਦੋਂ ਹੁੰਦੀਆਂ ਨੇ ਉਹ ਭਰਦੇ ਨਹੀਂ। ਕਿ ਪਿੱਛੇ ਅੰਕੜਾ ਆਇਆ ਸੀਗਾ ਵੀ 1,10,000 ਪੋਸਟਾਂ ਸਰਕਾਰ 'ਚ ਖਾਲੀ ਪਈਆਂ ਨੇ ਜੀ, ਤੇ ਜੇ ਤੁਸੀਂ ਭਰ ਲਓ ਉਹਨਾਂ ਨੂੰ 1,10,000 ਬੰਦਿਆਂ ਨੂੰ ਤੇ ਰੁਜ਼ਗਾਰ ਮਿਲ ਜਾਏਗਾ, ਤੇ 1,10,000 ਫੈਮਿਲੀ ਜਿਹੜੀਆਂ ਨੇ ਉਹ ਉੱਪਰ ਚਲ ਜਾਣਗੀਆਂ ਜੀ। ਲੇਕਿਨ ਇਹ ਭਰਦੇ ਨਹੀਂ, ਖਾਲੀ ਰੱਖਦੇ ਆ, ਪੋਸਟਾਂ ਖਾਲੀ ਰੱਖ ਕੇ ਸਰਕਾਰ ਦਾ ਗੁਜ਼ਾਰਾ ਚਲਾ ਰਹੇ ਨੇ। ਉਹ ਕਹਿੰਦੇ ਖਜ਼ਾਨੇ 'ਚ ਪੈਸਾ ਨਹੀਂ ਹੈਗਾ, ਕਿੱਥੋਂ ਦੇ ਦਈਏ? ਤੁਹਾਡੇ ਲਾਗੇ ਯੂਨੀਵਰਸਿਟੀ ਹੈ, ਇਹ 30-40% ਵੈਕੈਂਸੀਆਂ ਖਾਲੀ ਨੇ ਜੀ, ਸਕੂਲਾਂ 'ਚ ਵੈਕੈਂਸੀਆਂ ਖਾਲੀ ਨੇ, ਡਾਕਟਰਾਂ ਦੀਆਂ ਵੈਕੈਂਸੀਆਂ ਖਾਲੀ ਨੇ, ਨਰਸਾਂ ਦੀਆਂ ਵੈਕੈਂਸੀਆਂ ਖਾਲੀ ਨੇ, ਆਸ਼ਾ ਵਰਕਰ ਜਿਹੜੇ ਉਹਨਾਂ ਨੂੰ 4,000-5,000 ਤੇ ਰੱਖਿਆ ਹੈ, ਸਰਕਾਰੀ ਸਪਾਂਸਰ ਸਕੀਮ ਤੇ ਚੱਲ ਰਹੇ ਨੇ, ਤੇ ਬਹੁਤ ਸਾਰੇ ਥਾਵਾਂ ਤੇ ਇਹ ਖਾਲੀ ਪਈਆਂ ਨੇ। ਤੇ ਜੇ ਟੀਚਰ ਸਟੂਡੈਂਟ ਰੇਸ਼ੋ ਤੁਸੀਂ ਮੇਨਟੇਨ ਕਰਨੀ ਹੋਵੇ ਤਾਂ 60-70 ਹਜ਼ਾਰ ਟੀਚਰ ਨਵੇਂ ਭਰਤੀ ਕੀਤੇ ਜਾ ਸਕਦੇ ਨੇ ਜੀ। ਸੋ ਇੱਕ ਤਾਂ ਸਰਕਾਰ ਨੌਕਰੀ ਨਹੀਂ ਦਿੰਦੀ, ਦੂਜਾ ਜਿਹੜਾ ਪ੍ਰਾਈਵੇਟ ਸੈਕਟਰ ਹੈ ਜਿਹਦੇ 'ਚ ਵੱਡੀ ਨੌਕਰੀ ਮਿਲ ਸਕਦੀ ਹੈ, ਤੇ ਐਗਰੀਕਲਚਰ 'ਚ ਮੁਸ਼ਕ ਹੈ ਜੀ। ਐਗਰੀਕਲਚਰ 'ਚ ਮਸ਼ੀਨੀਕਰਨ ਹੋ ਗਿਆ ਜੀ, ਜਿਹੜਾ ਕੰਮ ਬੰਦਾ ਕਰਦਾ ਸੀ ਉਹ ਮਸ਼ੀਨਾਂ ਕਰਨ ਲੱਗੀਆਂ ਨੇ। ਬਿਲਕੁਲ। ਸਾਰਾ ਕੰਮ ਕਟਾਈ ਦਾ, ਬਿਜਾਈ ਦਾ, ਤੇ ਪਾਣੀ ਦੇਣ ਵਾਲਾ ਕੰਮ ਜਿਹੜਾ ਇਹ ਸਭ ਮਸ਼ੀਨੀਕਰਨ ਹੋ ਗਿਆ। ਉੱਥੋਂ ਕੰਮ ਸਮਾਪਤ ਹੋ ਗਿਆ, ਖੇਤ ਮਜ਼ਦੂਰ ਵਿਹਲਾ ਹੋ ਗਿਆ, ਕਿਸਾਨਾਂ ਦੇ ਬੱਚੇ ਵਿਹਲੇ ਹੋ ਗਏ ਜੀ। ਤੇ ਉਹ ਜਦੋਂ ਵਿਹਲਾ ਬੰਦਾ ਹੁੰਦਾ ਕੁਛ ਤਾਂ ਨਸ਼ਈ ਬਣ ਗਏ, ਕੁਛ ਨੌਕਰੀ ਦੀ ਭਾਲ 'ਚ ਬਾਹਰ ਜਾਣ ਲੱਗੇ ਨੇ। ਬਿਲਕੁਲ। ਤੇ ਇਹ ਇੱਕ
ਸਰਕਲ ਬਣ ਜਾਂਦਾ ਹੈਗਾ। ਸਰਕਾਰ ਚਾਹੁੰਦੀ ਕਿਉਂ ਨਹੀਂ? ਸਰਕਾਰ ਨੂੰ ਫਾਇਦਾ ਤਾਂ ਹੋਏਗਾ ਜੇ ਨੌਕਰੀਆਂ ਦੇਣਗੇ। ਹੁਣ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਕਿ ਘਰ ਘਰ ਨੌਕਰੀ ਦੇਵਾਂਗੇ, ਹਾਲਾਂਕਿ ਉਹ ਜਿਹੜਾ ਉਹ ਕਹਿੰਦੇ ਨੇ ਕਿ ਮੂੰਹ ਮੱਥਾ ਜਿਹਾ ਉਹਦਾ ਵਿਗਾੜ ਕੇ ਕਹਿ ਦਿੱਤਾ ਕਿ ਨਹੀਂ, ਅਸੀਂ ਤਾਂ ਉਹ ਮੇਲਿਆਂ ਵਾਲੀਆਂ ਨੌਕਰੀਆਂ ਦੀ ਗੱਲ ਕੀਤੀ ਸੀਗੀ ਤੇ ਉਹ ਘਰ ਘਰ ਨੌਕਰੀ ਥਾਂ ਤੇ। ਇਹ ਸਰਕਾਰ ਨੂੰ ਤਾਂ ਫਾਇਦਾ ਹੀ ਹੋਏਗਾ ਇਹਦੇ ਨਾਲ। ਦੂਸਰੀ ਗੱਲ ਇਹ ਆ ਕਿ ਜਿਹੜਾ ਪੰਜਾਬ ਹੈ ਨਾ, ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਤੇ ਬਿਜ਼ਨਸ ਹੈ ਉਹਦੇ 'ਚ ਕਾਫੀ ਮਾਈਗ੍ਰੇਟਰੀ ਲੇਬਰ ਕੰਮ ਕਰਦੀ ਹੈ। ਜੀ ਬਿਲਕੁਲ, ਕਿਉਂਕਿ ਮਾਈਗ੍ਰੇਟਰੀ ਲੇਬਰ ਜਿਹੜੀ ਆ ਲੋਕਲ ਮਜ਼ਦੂਰ ਨਾਲੋਂ ਘੱਟ ਮਜ਼ਦੂਰੀ ਤੇ ਪ੍ਰਵਾਸੀ ਜਿਹੜੇ ਘੱਟ ਪੈਸੇ 'ਚ ਗੁਜ਼ਾਰਾ ਕਰਦੇ ਨੇ, ਕੰਮ ਕਰਦੇ ਨੇ ਜੀ। ਕੱਲੇ ਕੱਲੇ ਵਿਚਾਰੇ ਰਹਿੰਦੇ ਨੇ, ਤਾੜੇ ਨੇ, 4-4 ਬੰਦੇ ਇੱਕ ਕਮਰੇ 'ਚ ਰਹਿੰਦੇ ਨੇ, ਬੜੀ ਮਾੜੀ ਹਾਲਤ ਵਿੱਚ ਰਹਿ ਕੇ, ਤੇ ਉਹ ਗੁਰਬਤ 'ਚੋਂ ਬਹੁਤ ਆਏ ਨੇ ਜੀ। ਪੰਜਾਬ ਦੇ ਵਿੱਚ ਉਨੀ ਗੁਰਬਤ ਨਹੀਂ ਹੈ, ਤੇ ਉਹ ਲੋ ਵੇਜ ਐਕਸੈਪਟ ਕਰਦੇ ਨੇ। ਬਿਲਕੁਲ, ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਇਹਨਾਂ ਨੇ ਫਿਕਸ ਨਹੀਂ ਕੀਤਾ ਕਿ 40-50% ਨੌਕਰੀਆਂ ਅਸੀਂ ਲੋਕਲ ਨੂੰ ਦੇਵਾਂਗੇ ਇੰਡਸਟਰੀ ਦੇ ਬਿਜ਼ਨਸ 'ਚ। ਸਾਡੇ ਲਾਗੇ ਹਿਮਾਚਲ ਹੈ, ਉਹਨਾਂ ਨੇ ਫਿਕਸ ਕੀਤਾ ਹੈਗਾ, ਜਿਹੜੀ ਯੂਪੀ 'ਚ ਉਹਨਾਂ ਨੇ ਕਰਤਾ ਹੈਗਾ, ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਕੀਤਾ, ਲੇਕਿਨ ਪੰਜਾਬ 'ਚ ਕੀਤਾ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਪੰਜਾਬੀ ਯੂਥ ਹੈ ਉਹਨੂੰ ਜੋ ਇੰਡਸਟਰੀ ਦੇ ਵਿੱਚ ਬਿਜ਼ਨਸ ਨੌਕਰੀਆਂ ਮਿਲਣੀਆਂ ਚਾਹੀਦੀਆਂ ਤੇ ਠੀਕ ਵੇਜ ਰੇਟ 'ਤੇ ਮਿਲਣੀਆਂ ਚਾਹੀਦੀਆਂ, ਉਹ ਮਿਲਦੀਆਂ ਨਹੀਂ ਹੈਗੀਆਂ। ਤਾਂ ਇਸ ਕਰਕੇ ਬਾਹਰ ਜਾਈ ਜਾਂਦੇ ਨੇ। ਖੇਤੀ 'ਚੋਂ ਹੁਣ ਬੰਦੇ ਬਾਹਰ ਹੋ ਰਹੇ ਨੇ, ਤੇ ਜਿਹੜਾ ਬਹੁਤਾ ਯੂਥ ਜਾ ਰਿਹਾ ਉਹ ਪਿੰਡੂ ਇਲਾਕਿਆਂ 'ਚੋਂ ਜਾ ਰਿਹਾ। ਬਿਲਕੁਲ, ਸ਼ਹਿਰਾਂ 'ਚੋਂ ਘੱਟ ਜਾ ਰਿਹਾ ਹੈ। ਉਹ ਜ਼ਮੀਨਾਂ ਵੇਚ ਵੱਟ ਕੇ ਉਹ ਕਹਿੰਦੇ ਚਲੋ ਬਾਹਰ ਚੱਲਦੇ ਆ, ਇੱਥੇ ਤਾਂ ਕੁਝ ਬਣਦਾ ਨਹੀਂ। ਮਾਂ ਪਿਓ ਵੀ ਕਈ ਵਾਰੀ ਡਾਕਟਰ ਸਾਹਿਬ ਘਬਰਾ ਜਾਂਦਾ ਨਾ ਕਿ ਬੱਚੇ ਇੱਥੇ ਨਸ਼ੇ ਦੇ ਵਿੱਚ ਨਾ ਲੱਗ ਜਾਣ, ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਲਗਾਤਾਰ ਹੁੰਦੇ ਜਾ ਰਹੇ। ਪੰਜਾਬ ਦੇ ਵਿੱਚ, ਪੰਜਾਬ ਦੇ ਲੱਗਦੇ ਸੂਬਿਆਂ 'ਚ ਨਸ਼ਾ ਘੱਟ ਹੈ ਜੀ। ਪੰਜਾਬ ਦੇ ਵਿੱਚ ਸਿਸਟਮੈਟਿਕ ਤਰੀਕੇ ਦੇ ਨਾਲ ਪਿਛਲੇ 10-15 ਸਾਲਾਂ 'ਚ ਨਸ਼ਾ ਫੈਲਾਇਆ ਗਿਆ ਜੀ, ਔਰ ਬਹੁਤ ਸਾਰੇ ਇੰਪੋਰਟੈਂਟ ਬੰਦਿਆਂ ਦੇ ਨਾਂ ਆਉਂਦੇ ਨੇ ਮੀਡੀਆ ਦੇ ਵਿੱਚ, ਉਹਨਾਂ ਦੇ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ, ਨਾ ਉਹਨਾਂ ਨੂੰ ਕੋਈ ਫੜਦਾ ਹੈਗਾ ਜੀ। ਤਾਂ ਉਹ ਇੱਕ ਧੰਦਾ ਬਣ ਗਿਆ ਨਾ, ਮਤਲਬ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਪੰਜਾਬ ਨੂੰ ਲਗਾਤਾਰ ਇਸ ਪਾਸੇ ਵੱਲ ਧੱਕਿਆ ਗਿਆ। ਸਾਜ਼ਿਸ਼ ਨਹੀਂ ਕਹਾਂਗਾ ਇਹਨੂੰ, ਮੈਂ ਕਹਾਂਗਾ ਕਿ ਸਾਡਾ ਜਿਹੜਾ ਲੋਕਲ ਸਿਆਸਤਦਾਨ ਹੈ ਉਹ ਪੈਸੇ ਕਮਾਉਣ 'ਚ ਲੱਗਿਆ। ਜਿਵੇਂ ਹੁਣ ਵੀ ਲਾਕਡਾਊਨ ਦੇ ਵਿੱਚ ਜਿਹੜੀ ਸ਼ਰਾਬ ਵੰਡੀ ਜਿਹਦੇ ਨਾਲ ਕੁਝ ਮਰ ਗਏ ਬੰਦੇ, ਉਹ ਸਾਜ਼ਿਸ਼ ਨਹੀਂ ਆ, ਉਹ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਧਨ ਇਕੱਠਾ ਕਰਨ ਦੀ ਜਿਹੜੀ ਲਾਲਸਾ ਹੈ ਉਹਦੇ 'ਚੋਂ ਹੋਇਆ। ਉਹ ਭੁੱਲ ਹੀ ਗਏ ਕਿ ਸਾਡੇ ਫਰਜ਼ ਕੀ ਨੇ, ਅਸੀਂ ਕੀ ਲੋਕਾਂ ਲਈ ਕਰਨਾ, ਲੋਕਾਂ ਨੇ ਚੁਣਿਆ ਕਾਹਦੇ ਲਈ ਹੈ। ਉਹਨਾਂ ਨੂੰ ਸਿਰਫ ਇਹ ਹੋ ਗਿਆ ਕਿ ਪੈਸਾ ਇਕੱਠਾ ਕਰ ਲਈਏ ਜਿੰਨਾ ਹੁੰਦਾ। ਅੱਛਾ, ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਹਲੂਵਾਲੀਆ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਆਈ ਸੀਗੀ, ਬਣਾਇਆ ਸੀ ਕਮਿਸ਼ਨ। ਹੁਣ ਰਿਪੋਰਟ ਨੂੰ ਕਿੱਦਾਂ ਦੇਖਦੇ ਹੋ? ਉਹਨਾਂ ਨੇ ਵੀ ਬੜੀਆਂ ਸਿਫਾਰਿਸ਼ਾਂ ਕੀਤੀਆਂ, ਤੁਹਾਡੇ ਚੇਤੇ ਹੋਣਾ। ਮੇਰੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਜਿਹੜੀ ਆਪਾਂ ਦੋ ਗੱਲਾਂ ਕਰ ਰਹੇ ਨਾ ਜੀ, ਕਰਜ਼ਾ ਕਿਵੇਂ ਪੰਜਾਬ ਨੂੰ ਗੌਰਮੈਂਟ ਨੂੰ ਕਰਜ਼ੇ ਤੋਂ ਮੁਕਤ ਕਿਵੇਂ ਕਰਨਾ, ਇਹਦੇ ਬਾਰੇ ਕੋਈ ਸਿਫਾਰਿਸ਼ ਨਹੀਂ ਹੈ ਜੀ। ਜਿੱਥੋਂ ਤੱਕ ਰੁਜ਼ਗਾਰ ਦਾ ਸਵਾਲ ਹੈ, ਉਹਨਾਂ ਨੇ ਕਿਹਾ ਕਿ ਜਿਹੜੀਆਂ ਥਰਮਲ ਪਲਾਂਟ ਬੰਦ ਕਰ ਦਿਓ, ਬਿਜਲੀ ਦੇ ਵਿੱਚ ਮਹਿਕਮੇ 'ਚੋਂ 30,000 ਵੈਕੈਂਸੀਆਂ ਖਰਚ ਕਰ ਦਿਓ। ਉਹਨਾਂ ਨੇ ਤਾਂ ਨੌਕਰੀਆਂ ਖਤਮ ਕਰਨ ਦੀ ਗੱਲ ਕੀਤੀ ਆ, ਉਹਨਾਂ ਨੇ ਨੌਕਰੀਆਂ ਕੋਈ ਪ੍ਰੋਡਿਊਸ ਕਰਨ ਦੀ ਗੱਲ ਨਹੀਂ ਕੀਤੀ। ਤੇ ਉਹ ਕਹਿੰਦੇ ਨੇ ਕਿ ਜਿਹੜਾ ਕਾਰਪੋਰੇਟ ਸੈਕਟਰ ਆ ਉਹਨੂੰ ਕੰਸੈਸ਼ਨ ਦਿਓ, ਰਿਆਇਤਾਂ ਦਿਓ, ਤੇ ਉਸ ਕੰਸੈਸ਼ਨ ਦੇ ਨਾਲ ਉਹ ਕਹਿੰਦੇ ਨੇ ਕਿ ਥੋੜ੍ਹਾ ਬਹੁਤਾ ਰੁਜ਼ਗਾਰ ਪੈਦਾ ਹੋ ਜਾਊਗਾ। ਉਹਨਾਂ ਕੋਲ ਇੱਕ ਜਿਹੜਾ ਪ੍ਰੋਗਰਾਮ ਚਾਹੀਦਾ, ਸਟੇਟ ਸਪੈਸੀਫਿਕ ਪ੍ਰੋਗਰਾਮ ਚਾਹੀਦਾ ਕਿ ਪੰਜਾਬ ਦਾ ਅਸੀਂ ਵਿਕਾਸ ਕਿਵੇਂ ਕਰ ਸਕਦੇ ਹਾਂ। ਇਹਦੇ 'ਚ ਜਿਹੜੇ ਲੋਕਲ ਲੋਕ ਨੇ ਜਾਂ ਇੱਥੋਂ ਦੇ ਕਿਸਾਨ ਨੇ ਜਾਂ ਮਜ਼ਦੂਰ ਨੇ ਖੇਤੀ ਜਿਹੜੇ ਬਾਹਰ ਹੋ ਰਹੇ ਨੇ, ਉਹਨਾਂ ਨੂੰ ਕਿਵੇਂ ਅਬਜ਼ਾਰਵ ਕਰਨਾ, ਉਹਨਾਂ ਕੋਈ ਡਿਜ਼ਾਈਨ ਨਹੀਂ ਹੈ ਇਹਦਾ। ਇਹਦਾ ਡਿਜ਼ਾਈਨ ਮੈਂ ਸਮਝਦਾ ਉਹ ਹੋ ਸਕਦਾ ਜਿਹੜਾ ਕਿਸਾਨੀ ਜਿਹੜੀ ਹੈ ਖੇਤੀ ਦੀ ਉਪਜ ਪੈਦਾ ਕਰਦੀ ਹੈ, ਉਹਦੇ ਨਾਲ ਨਾਲ ਉਹ ਖੇਤੀ ਦੀ ਮਾਰਕੀਟਿੰਗ 'ਚ ਇਨਵੋਲਵ ਹੋਵੇ ਜੀ। ਉਹਨਾਂ ਦੇ ਕੋਆਪਰੇਟਿਵ ਬਣਨ, ਉਹਨਾਂ ਦੀ ਜਥੇਬੰਦੀਆਂ ਬਣਨ, ਉਹ ਮਾਰਕੀਟਿੰਗ ਕਰਨ ਤੇ ਉਹੀ ਰਲ ਕੇ ਜਿਹੜੀ ਪ੍ਰੋਸੈਸਿੰਗ ਕਰਨ ਤੇ ਉਹੀ ਰੁਜ਼ਗਾਰ ਪੈਦਾ ਕਰਨ ਪਿੰਡਾਂ ਦੇ ਵਿੱਚ, ਤਾਂ ਕਿ ਜਿਹੜੇ ਬੱਚੇ ਨੇ ਜਿਹੜੇ ਦੁਬਈ 'ਚ ਜਾ ਕੇ ਮਸ਼ੀਨਾਂ ਚਲਾਉਂਦੇ ਨੇ ਜਾਂ ਡਰਾਈਵਰੀ ਕਰਦੇ ਨੇ, ਉਹਨਾਂ ਨੂੰ ਇੱਥੇ ਕੰਮ ਮਿਲ ਸਕਦਾ, ਇੱਥੇ ਕੋਲਡ ਸਟੋਰ ਬਣਾਓ ਤੇ ਕਾਫੀ ਕੁਛ ਕੀਤਾ ਜਾ ਸਕਦਾ। ਪਰ ਆਹਲੂਵਾਲੀਆ ਕਮੇਟੀ ਕੋਲ ਡਿਜ਼ਾਈਨ ਹੈ ਨਹੀਂ। ਕਿਉਂ ਨਹੀਂ ਡਿਜ਼ਾਈਨ? ਕਿਉਂ ਨਹੀਂ? ਉਹਨਾਂ ਨੂੰ ਤਾਂ ਸਪੈਸ਼ਲ ਲਾਇਆ ਗਿਆ ਸੀਗਾ ਪੰਜਾਬ ਦੇ। ਇਸ ਕਰਕੇ ਡਿਜ਼ਾਈਨ ਨਹੀਂ ਕਿ ਜਿਹੜਾ ਆਹਲੂਵਾਲੀਆ ਹੈ ਤੇ ਜਿਹੜੇ ਉਹਨਾਂ ਦੇ ਬਹੁਤੇ ਮੈਂਬਰ ਸੀਗੇ, ਉਹ ਵਰਲਡ ਬੈਂਕ ਦੀ ਜਿਹੜੀ ਧਾਰਨਾ ਹੈ ਉਹਦੇ 'ਚ ਪਰਨਾਏ ਹੋਏ ਨੇ। ਤੇ ਵਰਲਡ ਬੈਂਕ ਦੀ ਜਿਹੜੀ ਧਾਰਨਾ ਹੈ ਉਹ ਇਹ ਕਹਿੰਦੀ ਹੈ ਕਿ ਤੁਸੀਂ ਕਾਰਪੋਰੇਟ ਸੈਕਟਰ ਨੂੰ ਰਿਆਇਤਾਂ ਦੇ ਕੇ ਉਤਸ਼ਾਹਿਤ ਕਰੋ, ਸਾਰੇ ਕੰਮ 'ਚ ਉਹਨਾਂ ਨੂੰ ਇਨਵਾਲਵ ਕਰੋ, ਜਿਹਦੇ 'ਚ ਖੇਤੀ ਸੰਕਟ ਵੀ ਆਇਆ ਹੁਣ, ਹਰ ਪਾਸੇ ਪ੍ਰਾਈਵੇਟਾਈਜੇਸ਼ਨ। ਅਸੀਂ ਖੇਤੀ ਸੰਕਟ ਤੇ ਵੀ ਗੱਲਬਾਤ ਕਰਾਂਗੇ, ਉਹ ਅੱਗੇ ਨਾਲ ਅੱਗੇ ਵੀ ਉਸ ਉੱਤੇ ਵੀ ਗੱਲਬਾਤ ਕਰਾਂਗੇ। ਸੈਕਟਰ ਨੂੰ ਜਿੰਨੀਆਂ ਵੱਧ ਰਿਆਇਤਾਂ ਦਿਓਗੇ ਤੁਸੀਂ ਜੀ, ਤੇ ਉਹ ਇੱਥੇ ਸਰਮਾਇਆ ਲਊਗਾ। ਇਸ ਕਰਕੇ ਸਟੇਟਾਂ ਦੇ ਵਿੱਚ ਕੰਪੀਟੀਸ਼ਨ ਪੈਦਾ ਹੋ ਗਿਆ ਜੀ ਕਿ ਹਰਿਆਣਾ ਵੱਧ ਰਿਆਇਤਾਂ ਦਿੰਦਾ ਹੈ, ਹਿਮਾਚਲ ਵੱਧ ਰਿਆਇਤਾਂ ਦਿੰਦਾ ਹੈ, ਜਾਂ ਪੰਜਾਬ ਵੱਧ ਰਿਆਇਤਾਂ ਦਿੰਦਾ ਹੈ। ਉਹਦੀ ਇੱਕ ਲਿਮਿਟ ਹੈ। ਜੇ ਤੁਸੀਂ ਬਹੁਤ ਰਿਆਇਤਾਂ ਉਹਨਾਂ ਨੂੰ ਦੇਈ ਜਾਓਗੇ, ਜਿਵੇਂ ਮੈਂ ਸਮਝਦਾ ਕਿ ਜਿਹੜਾ ਇੰਡਸਟਰੀ ਨੂੰ ਬਿਜਲੀ ਮੁਫਤ ਦੇਣੀ ਆ, ਇਹਦੀ ਕੀ ਲਾਜਿਕ ਹੈ? ਉਹ ਗਰੀਬ ਨਹੀਂ ਹੈਗੇ, ਬਿਲਕੁਲ ਗਰੀਬ ਨੂੰ ਤਾਂ ਬਿਜਲੀ ਮੁਫਤ ਦਿਓ, ਇਸੇ ਤਰ੍ਹਾਂ ਛੋਟੇ ਕਿਸਾਨ ਨੂੰ ਤਾਂ ਬਿਜਲੀ ਮੁਫਤ ਦਿਓ। ਜਦ 100 ਏਕੜ ਜ਼ਮੀਨ ਹੈ, ਜੇ 10 ਟਿਊਬਵੈੱਲ ਹੈ, ਉਹਨੂੰ ਬਿਜਲੀ ਮੁਫਤ ਕਿਉਂ ਦੇਣੀ ਚਾਹੀਦੀ ਹੈ? ਬਿਲਕੁਲ। ਸੋ ਇਸ ਕਰਕੇ ਇਹ ਜਿਹੜਾ
ਆਲੂ ਵਾਲੀ ਕਮੇਟੀ ਆ ਉਹਦੀ ਧਾਰਨਾ ਹੈ ਕਿ ਤੁਸੀਂ ਵੱਡਿਆਂ ਨੂੰ ਕੰਸੈਸ਼ਨ ਦਿਓ ਤਾਂ ਕਿ ਆਪਣਾ ਉਹ ਜਿਹੜਾ ਸਰਮਾਇਆ ਹੈ ਉੱਥੇ ਲਾਉਣ, ਉਹਦੇ ਨਾਲ ਜਿਹੜੀ ਹੈ ਰੁਜ਼ਗਾਰ ਥੋੜ੍ਹਾ ਬਹੁਤਾ ਪੈਦਾ ਹੋਏਗਾ। ਪਰ ਉਹ ਭੁੱਲ ਗਏ ਕਿ ਜਿਹੜਾ ਮਾਡਰਨ ਕਾਰਪੋਰੇਟ ਸੈਕਟਰ ਹੈ ਉਹ ਆਟੋਮੇਸ਼ਨ ਤੇ ਕੰਮ ਕਰਦਾ ਹੈ ਜੀ। ਜਿਵੇਂ ਵੱਡੀਆਂ 4-5 ਕਾਰ ਫੈਕਟਰੀਆਂ ਨੇ, ਮੈਂ ਇਹਨਾਂ ਦਾ ਦੇਖਿਆ ਹੈਗਾ, ਇਹਨਾਂ ਜਿਹੜੇ ਮੇਨ ਪਲਾਂਟ ਨੇ ਉਹਦੇ 400-300 ਬੰਦਾ ਕੰਮ ਕਰਦਾ ਹੈ, ਬਿਲਕੁਲ। ਬਾਕੀ ਤਾਂ ਸਾਰੀ ਸਬ ਕੰਟਰੈਕਟਿੰਗ ਕੀਤੀ ਹੈ। ਉੱਥੇ ਜਿਹੜਾ ਮਾਲਕ ਨੇ ਉਹੀ ਜਿਹੜਾ ਸਟੋਰ ਮੇਨਟੇਨ ਕਰਦੇ ਨੇ, ਕੁਆਲਿਟੀ ਵੀ ਉਹੀ ਮੇਨਟੇਨ ਕਰਦੇ ਨੇ, ਤੇ ਮਜ਼ਦੂਰ ਜਿਹੜੇ ਉੱਥੇ ਕੰਮ ਕਰਦੇ ਨੇ ਬਹੁਤ ਥੋੜੀ ਤਨਖਾਹ ਮਿਲਦੇ ਨੇ, ਬਿਲਕੁਲ। ਸੋ ਇਹ ਜਿਹੜਾ ਮਾਡਲ ਹੈ ਬੜਾ ਡਿਫੈਕਟਿਵ ਮਾਡਲ ਹੈ, ਇਹ ਬਦਲਣ ਦੀ ਲੋੜ ਹੈ। ਇੱਕ ਦੂਜੀ ਗੱਲ, ਜੇ ਆਪਾਂ ਪੰਜਾਬ ਸਰਕਾਰ ਦੀ ਇੱਕ ਹੋਰ ਕਰੀਏ ਕਿ GST ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਪਹਿਲਾਂ ਤਾਂ ਬੜੀ ਇਹਦਾ ਪੱਖ ਪੂਰਦੇ ਰਹੇ ਨੇ ਕਿ ਇਹ ਪੰਜਾਬ ਲਈ ਲਾਹੇਵੰਦ ਹੈ, ਤੇ ਹੁਣ GST ਨੂੰ ਲੈ ਕੇ ਤਰਲਾ ਕੱਢਣਾ ਪੈ ਰਿਹਾ, ਜਾ ਕੇ ਕੇਂਦਰ ਦੇ ਹਾੜੇ ਕੱਢਣੇ ਪੈਂਦੇ ਨੇ ਕਿ ਸਾਨੂੰ ਬਕਾਇਆ ਦਿਓ। ਹੁਣ ਕਹਿੰਦੇ ਨੇ ਕਿ ਅਸੀਂ ਕੇਂਦਰ ਨੂੰ ਦੋ ਟੁੱਕ ਗੱਲ ਕਰਨ ਲਈ ਤਿਆਰ ਆ, ਕੇਂਦਰ ਨੂੰ ਕਹਿ ਦਿੱਤਾ ਕਿ ਸਾਨੂੰ ਬਕਾਇਆ ਇਸ ਤਰੀਕੇ ਨਾਲ ਨਹੀਂ ਦਿਓਗੇ ਤਾਂ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ, ਅਦਾਲਤਾਂ ਤੱਕ ਚਾਰਾਜੋਈ ਕਰਾਂਗੇ। ਇਹਨੂੰ ਕਿੱਦਾਂ ਦੇਖਦੇ ਹੋ? GST ਜੇ ਪੰਜਾਬ ਨੂੰ ਬਕਾਇਆ ਨਹੀਂ ਮਿਲਦਾ ਤਾਂ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ? ਪਹਿਲੀ ਗੱਲ ਹੈ ਕਿ GST ਜਿਹੜੀ ਹੈ ਉਹ ਜਦੋਂ ਬਣਾਈ ਗਈ ਹੈ ਜੀ, ਤੇ ਉਦੋਂ ਇਹਨਾਂ ਨੇ ਪੰਜਾਬ ਗੌਰਮੈਂਟ ਨੇ ਬਹੁਤ ਸਾਰੀਆਂ ਸਟੇਟਾਂ ਨੇ ਜੀ ਬਾਹਰ ਦੇ ਮਾਹਰ ਲਿਆਂਦੇ ਜੀ ਕਿ ਤਾਂ ਕਿ ਸਾਨੂੰ ਐਸਟੀਮੇਟ ਕਰਕੇ ਦਿਓ ਕਿ ਜੇ ਅਸੀਂ GST ਵੱਲ ਜਾਈਏ ਜੀ ਤੇ ਸਾਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ। ਤੇ ਉਹਨਾਂ ਮਾਹਰਾਂ ਨੇ ਐਸਟੀਮੇਟ ਲਾ ਕੇ ਇਹਨਾਂ ਨੂੰ ਦੇ ਦਿੱਤੇ, ਇਹਨਾਂ ਨੂੰ ਗੁੰਮਰਾਹ ਕੀਤਾ। ਕੰਸਲਟੈਂਟ ਕਹਿੰਦੇ ਮੈਂ ਉਹਨਾਂ ਨੂੰ ਕਿ ਤੁਹਾਨੂੰ 15-20 ਹਜ਼ਾਰ ਕਰੋੜ ਐਡੀਸ਼ਨਲ ਰੈਵਨਿਊ ਆ ਜਾਏਗਾ ਜੀ, ਤੇ ਉਸ ਰਾਏ ਦੇ ਉੱਤੇ ਇਹ ਜਾ ਕੇ ਮੋਹਰ ਲਾਏ। ਵੈਸੇ ਵੀ ਇਹ ਜਿਹੜੀ GST ਦੀ ਪ੍ਰਪੋਜ਼ਲ ਹੈ ਕਾਂਗਰਸ ਸਰਕਾਰ ਵੇਲੇ ਦੀ, ਮਨਮੋਹਨ ਸਿੰਘ ਸਰਕਾਰ ਵੇਲੇ ਦੀ ਸੀਗੀ, ਬਿਲਕੁਲ। ਉਦੋਂ ਮੋਦੀ ਇਹਨੂੰ ਅਪੋਜ਼ ਕਰਦਾ ਸੀਗਾ। ਮੋਦੀ ਪਾਵਰ 'ਚ ਆਇਆ ਤੇ ਉਹੀ ਲੋਕ ਜਿਹੜੇ ਐਡਵਾਈਜ਼ਰ ਨੇ ਮੋਦੀ ਨੂੰ ਐਡਵਾਈਜ਼ ਕੀਤਾ ਉਹਨਾਂ ਨੇ, ਮੋਦੀ ਨੇ ਲਾਗੂ ਕਰਤੀ ਤੇ ਪੰਜਾਬ ਦਾ ਖਜ਼ਾਨਾ ਮੰਤਰੀ ਵੀ ਜਾ ਕੇ ਮੋਹਰ ਲਾਇਆ। ਲੇਕਿਨ ਜਦੋਂ ਐਕਚੁਅਲੀ ਲੱਗਿਆ GST ਦਾ ਪਹਿਲਾ ਸਾਲ ਆਇਆ, ਉਹ 'ਚ BJP ਨੇ ਬੜੀ ਗੜਬੜ ਕੀਤੀ ਕਿ ਪਹਿਲਾਂ ਬਹੁਤ ਹਾਈ ਰੇਟ ਟੈਕਸ ਦੇ ਰੱਖਦੇ, 3-4 ਰੇਟ ਰੱਖਦੇ, 28% ਟੈਕਸ ਲਾਤਾ, ਫਿਰ ਘਟਾਤਾ, ਫਿਰ ਇਹ ਹਰ ਮਹੀਨੇ ਚੇਂਜ ਕਰਦੇ ਰਹੇ ਤੇ ਐਕਚੁਅਲੀ ਉਹਦਾ ਰੈਵਨਿਊ ਕਲੈਕਸ਼ਨ ਬਿਲਕੁਲ ਨਹੀਂ ਵਧੀ GST ਲੱਗਣ ਨਾਲ ਜੀ। ਤੇ ਉਹ ਜਿਹੜਾ ਭਰਮ ਸੀਗਾ ਕਿ GST ਸਿਸਟਮ ਤੇ ਟ੍ਰਾਂਸਫਰ ਹੋਣ ਨਾਲ ਉਹ ਤੁਹਾਡਾ ਰੈਵਨਿਊ ਵੱਧ ਜਾਏਗਾ, ਉਹ ਟੁੱਟ ਗਿਆ। ਉਹ ਇਸ ਕਰਕੇ ਟੁੱਟ ਗਿਆ ਕਿ ਜਿਹੜੇ ਸਾਡੇ ਬਹੁਤ ਸਾਰੇ ਟੈਕਸ ਪੇਅਰ ਨੇ ਉਹ ਛੋਟੇ ਨੇ, ਦੁਕਾਨਦਾਰ ਨੇ, ਬਿਲਕੁਲ। ਉਹ ਨਾ ਉਹਨਾਂ ਕੋਲ ਡਿਜੀਟਲ ਸਿਸਟਮ ਹੈ, ਨਾ ਡਿਜੀਟਲ ਪ੍ਰਣਾਲੀ ਨਾਲ ਵਾਕਫ ਨੇ, ਤੇ ਨਾ ਹੀ ਉਹ CA ਦੀਆਂ ਸਰਵਿਸਿਜ਼ ਲੈ ਸਕਦੇ ਨੇ ਜੀ, ਬਿਲਕੁਲ। ਉਹਨਾਂ ਨੇ ਜਦੋਂ ਰੌਲਾ ਪਾਇਆ ਤੇ ਇਹਨਾਂ ਨੇ ਕੰਸੈਸ਼ਨ ਦੇ ਦਿੱਤਾ 10 ਲੱਖ ਦੀ ਤੁਹਾਡੀ ਸੇਲ ਹੈ ਤੇ ਤੁਹਾਨੂੰ ਦੇਣ ਦੀ ਲੋੜ ਨਹੀਂ, ਤੇ ਬਹੁਤੇ ਲੋਕਾਂ ਨੇ ਆਪਣੀਆਂ ਫਰਮਾਂ 10 ਲੱਖ ਦੇ ਸੇਲ ਤੋਂ ਘੱਟ ਦਿਖਾ ਕੇ ਉਹ ਟੈਕਸ ਦੀ ਬਹੁਤ ਚੋਰੀ ਉਸੇ ਤਰ੍ਹਾਂ ਹੀ ਜਿਵੇਂ ਪੁਰਾਣਾ ਸਿਸਟਮ ਚੋਰੀ ਹੁੰਦੀ ਉਦਾਂ ਹੀ ਚੋਰੀ ਹੋ ਰਹੀ ਸੀ। ਅਸੀਂ ਇੱਕ ਲਫ਼ਜ਼ ਬੋਲਦੇ ਹੁੰਦੇ ਆ ਕਿ ਗਾਰਬੇਜ ਇਨ ਗਾਰਬੇਜ ਆਊਟ ਜੀ, ਕਿ ਕੰਪਿਊਟਰ ਜੋ ਪਾਓਗੇ ਨਾ ਉਦਾਂ ਦੇ ਰਿਜ਼ਲਟ ਨਿਕਲਣੇ ਨੇ ਜੀ। ਸੋ ਜਦੋਂ ਤੁਸੀਂ ਸਿਸਟਮ ਤੁਹਾਡੇ ਕੋਲ ਡੇਟਾ ਦੀ ਹੈ, ਜਿਹੜਾ ਟੈਕਸ ਮਸ਼ੀਨਰੀ ਹੈ ਉਹ ਸਟੇਟਾਂ ਕੋਲ ਹੈ ਜੀ। ਸਟੇਟਾਂ ਦੇ ਕੋਲ ਬਲਾਕ ਤੋਂ ਲੈ ਕੇ ਸ਼ਹਿਰ ਦੇ ਪੱਧਰ ਤੇ ਇੰਸਪੈਕਟਰ ਨੇ, ਉਹਨਾਂ ਨੂੰ ਪਤਾ ਕਿਹੜੇ ਬੰਦਿਆਂ ਨੇ ਕਿੰਨਾ ਟੈਕਸ ਦੇਣਾ ਹੈ। ਲੇਕਿਨ ਇਹ ਟੈਕਸ ਸੈਂਟਰਲ ਹੈ, ਸੈਂਟਰ ਇਕੱਠਾ ਕਰਦਾ, ਸੈਂਟਰ ਕੋਲ ਕੋਈ ਮਸ਼ੀਨਰੀ ਨਹੀਂ ਹੈ ਜੀ, ਤੇ ਸਟੇਟਾਂ ਨੂੰ ਚੈੱਕ ਨਹੀਂ ਕਰਨ ਦਿੰਦੇ, ਤੇ ਚੋਰੀ ਵੱਡੀ ਪੱਧਰ ਤੇ ਹੋਏਗੀ। ਉਹ ਟੈਕਸ ਉਗਰਾਈ ਹੋਈ ਨਹੀਂ ਜੀ, ਤੇ ਉਹਦੇ ਕਰਕੇ ਫਾਲ ਕਰ ਗਿਆ। ਜਦੋਂ ਫਾਲ ਕਰ ਗਿਆ ਤੇ ਜਿਹੜਾ ਕਮਿਟਮੈਂਟ ਸੈਂਟਰ ਗਵਰਨਮੈਂਟ ਨੇ ਦਿੱਤੀ ਵੀ ਜਿੰਨਾ ਤੁਹਾਡਾ ਰੈਵਨਿਊ ਲਾਸ ਹੋਏਗਾ ਉਹ 5 ਸਾਲ ਤੱਕ ਹੀ ਪੂਰਾ ਕਰਾਂਗੇ, ਇਸ ਸਾਲ ਉਹ ਵੀ ਦਿਨੋਂ ਮੁੱਕਰ ਗਏ। ਕਹਿੰਦੇ ਐਕਟ ਆਫ ਗਾਰਡ ਹੋ ਗਿਆ, ਤੇ ਐਕਟ ਆਫ ਗਾਰਡ ਦੇ ਵਿੱਚ ਜਦੋਂ 11 ਸਟੇਟਾਂ ਨੇ ਦਾ ਵਿਰੋਧ ਕੀਤਾ ਤੇ ਫਿਰ ਉਹਨਾਂ ਨੂੰ ਵਕਤ ਪੈ ਗਿਆ। ਫਿਰ ਹੌਲੀ ਜਿਹੜੀਆਂ BJP ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਤਾਂ ਪ੍ਰੋਬਲਮ ਆ ਰਹੀ ਹੈ, ਉਹਨਾਂ ਨੇ ਵੀ ਅੰਦਰੋਂ ਵਿਰੋਧ ਕੀਤਾ, ਤੇ ਹੁਣ ਥੋੜਾ ਰੇਟਕਾ ਪੈ ਕੇ ਤੇ ਥੋੜੇ ਪੈਸੇ ਵੰਡਣ ਦੀ ਗੱਲ ਕਰ ਰਹੇ ਆ, ਕਿਸੇ ਨੂੰ ਕਰਜ਼ਾ ਦੇਣ ਦੀ ਗੱਲ ਕਰ ਰਹੇ ਆ, ਤੇ ਇਹ ਗੁੰਡਾਗਰਦੀ ਹੈ ਸੈਂਟਰ ਗਵਰਨਮੈਂਟ ਦੀ। ਅਖੀਰ ਦੇ ਵਿੱਚ ਕਨਸਟੀਟਿਊਸ਼ਨਲ ਐਬਲੀਗੇਸ਼ਨ ਹੈ ਸੈਂਟਰ ਗਵਰਨਮੈਂਟ ਦੀ ਕਿ ਅੰਡਰ GST ਐਕਟ ਇਹਨਾਂ ਨੇ 5 ਸਾਲ ਤੱਕ, ਹੁਣ ਇਹਨਾਂ ਨੇ ਫੈਸਲਾ ਕਰਤਾ ਕਿ ਹੋਰ 5 ਸਾਲ ਤੱਕ ਇਹ ਰਹੂਗਾ। ਇਹਨਾਂ ਦੀ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਹੈ ਕਿ ਸਟੇਟਾਂ ਨੂੰ ਪੈਸੇ ਦੇਣ ਜਿੰਨੇ ਉਹਨਾਂ ਦਾ ਟੈਕਸ ਦਾ ਨੁਕਸਾਨ ਹੁੰਦਾ ਹੈ, ਤੇ ਜੇ ਨਹੀਂ ਦਿੰਦੇ ਤਾਂ ਇਹ ਕਨਸਟੀਟਿਊਸ਼ਨ ਦਾ ਸਿਸਟਮ ਜਿਹੜਾ ਫੈਡਰਲ ਸਟਰਕਚਰ ਹੈ ਉਹਨੂੰ ਬ੍ਰੇਕ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਨਹੀਂ ਹੋਣਾ ਚਾਹੀਦਾ, ਔਰ ਇਹ ਸਿਸਟਮ ਜਿਹੜਾ ਇਹਦੇ ਨਾਲ ਸਟੇਟਾਂ ਨਹੀਂ ਚੱਲ ਸਕਦੀਆਂ, ਔਰ ਇਹਦੇ ਨਾਲ ਸਾਡਾ ਜਿਹੜਾ ਹੈਗਾ ਫੈਡਰਲ ਸਟਰਕਚਰ ਆ ਉੱਤੇ ਬਹੁਤ ਵੱਡਾ ਅਟੈਕ ਹੈ ਜੀ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਉੱਘੇ ਅਰਥ ਵਿਗਿਆਨੀ ਡਾਕਟਰ ਸੁੱਚਾ ਸਿੰਘ ਗਿੱਲ ਮੌਜੂਦ ਨੇ। ਅਸੀਂ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਆਰਥਿਕ ਸੰਕਟ ਤੇ ਖੇਤੀ ਸੰਕਟ ਦੇ ਬਾਰੇ। ਹੁਣ ਤੱਕ ਜਿੰਨੀ ਗੱਲਬਾਤ ਹੋਈ ਹੈ ਸਾਡੀ ਉਹ ਆਰਥਿਕ ਸੰਕਟ ਤੇ ਹੋਈ ਹੈ। ਅਸੀਂ ਅਖੀਰ ਦੇ ਵਿੱਚ, ਕਿਉਂਕਿ ਜਿਹੜਾ ਖੇਤੀ ਸੰਕਟ ਹੈ ਉਹ ਵੀ ਇੱਕ ਬੜਾ ਵੱਡਾ ਤੇ ਵਿਸ਼ਾਲ ਵਿਸ਼ਾ ਆ, ਉਹਦੇ ਉੱਤੇ ਵੀ ਗੱਲਬਾਤ ਕਰਨੀ ਲਾਜ਼ਮੀ ਹੈ। ਅਸੀਂ ਉਹਦਾ ਦੂਜਾ ਭਾਗ ਜਿਹੜਾ ਉਹ ਵੀ ਨਾਲ ਜਾਰੀ ਕਰਾਂਗੇ, ਉਹਦਾ ਲਿੰਕ ਵੀ ਉੱਪਰ ਦੇਵਾਂਗੇ, ਨੀਚੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ
ਲਿੰਕ ਦੇਵਾਂਗੇ ਤਾਂ ਕਿ ਤੁਸੀਂ ਜਿਹੜਾ ਉਸ ਉੱਤੇ ਵੀ ਆਪਣੀ ਨਜ਼ਰ ਪਾ ਸਕੋ ਕਿ ਆਖਿਰਕਾਰ ਖੇਤੀ ਸੰਕਟ ਕੀ ਹੈ, ਇਹਦਾ ਹੱਲ ਕੀ ਹੈ। ਅਸੀਂ ਆਰਥਿਕ ਸੰਕਟ ਦੇ ਹੁਣ ਹੱਲ ਦੀ ਗੱਲ ਕਰਦੇ ਹਾਂ ਕਿ ਇਹਦਾ ਹੱਲ ਕੀ ਹੋ ਸਕਦਾ, ਪੰਜਾਬ ਕਿੱਦਾਂ ਮੁੜ ਪੈਰਾਂ ਸਿਰ ਆ ਸਕਦਾ। ਉਸ ਤੋਂ ਬਾਅਦ ਅਸੀਂ ਦੂਜੇ ਵਿਸ਼ੇ ਦੇ ਲਈ ਦੂਜੀ ਇੰਟਰਵਿਊ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਡਾਕਟਰ ਸਾਹਿਬ, ਮੈਨੂੰ ਅਖੀਰ ਦੇ ਵਿੱਚ ਜਾਂਦੇ ਜਾਂਦੇ ਹੱਲ ਦੱਸ ਦਿਓ ਕਿ ਮਸਲਾ ਆਰਥਿਕ ਜਿਹੜਾ ਸੰਕਟ ਉਹ ਬੇहद ਗੰਭੀਰ ਹੈ, ਹੱਲ ਕੀ ਹੈ ਇਹਦਾ, ਹੁਣ ਕੀ ਹੱਲ ਹੋ ਸਕਦਾ, ਪੰਜਾਬ ਸਰਕਾਰ ਕੀ ਕਰ ਸਕਦੀ ਹੈ, ਕੇਂਦਰ ਕੋਲੋਂ ਅਸੀਂ ਕਿੱਦਾਂ ਦੀ ਆਸ ਰੱਖੀਏ? ਦੇਖੋ, ਗੱਲ ਇਹ ਹੈ ਕਿ ਕੇਂਦਰ ਤੋਂ ਤੇ ਇਹ ਆਸ ਕੀਤੀ ਜਾਂਦੀ ਹੈ ਕਿ ਜੋ ਵੀ ਉਹਨਾਂ ਦੀਆਂ ਕਮਿਟਮੈਂਟ ਨੇ ਜੀ ਸਟੇਟਾਂ ਨਾਲ ਉਹ ਪੂਰੀਆਂ ਕਰਨ, ਕਿਉਂਕਿ ਉਹਨਾਂ ਨੇ ਇੱਕ ਲੀਡ ਲੈ ਕੇ GST ਸਿਸਟਮ ਬਣਾਇਆ ਜੀ, ਤੇ ਇਸ ਕਰਕੇ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਿ ਜੋ ਵੀ ਕਮਿਟਮੈਂਟ ਉਹਨਾਂ ਨੇ ਕੀਤੀ ਹੈ, ਕਿ ਇੱਕ ਤਾਂ ਦੋ ਕਮਿਟਮੈਂਟਾਂ ਨੇ ਇਹਦੇ 'ਚ। ਪਹਿਲੀ ਕਮਿਟਮੈਂਟ ਤੇ ਹੈ ਕਿ ਜਿੰਨਾ GST ਇਕੱਠਾ ਹੁੰਦਾ ਹੈ ਜੀ ਉਹਦਾ 50% ਸਟੇਟਾਂ ਨੂੰ ਆਉਣਾ ਹੁੰਦਾ, 50% ਸੈਂਟਰ ਨੂੰ ਜਾਣਾ ਹੁੰਦਾ, ਤਾਂ ਉਹ ਸਮੇਂ ਸਿਰ ਦੇਣ ਜੀ, 3-4 ਮਹੀਨਿਆਂ ਦੇ ਗੈਪ ਨਾਲ ਨਹੀਂ, ਹਰ ਮਹੀਨੇ, ਕਿਉਂਕਿ ਅੱਜ ਕੱਲ੍ਹ ਕੰਪਿਊਟਰਾਈਜ਼ ਸਿਸਟਮ ਹੈ ਜੀ, ਤੇ ਜਿੰਨਾ 31 ਜਾਂ 30 ਤਰੀਕ ਮਹੀਨੇ ਦੇ ਅਖੀਰ ਤਰੀਕ ਤੱਕ ਇਕੱਠਾ ਹੁੰਦਾ ਹੈ, ਜੀ, ਉਹ ਪਹਿਲੀ ਤਰੀਕ ਨੂੰ ਜਾਂ 2 ਤਰੀਕ ਨੂੰ ਸੈਂਟਰ ਸਟੇਟਾਂ ਦੇ ਅਕਾਊਂਟ ਵਿੱਚ ਉਹਨੇ ਪੈਸੇ ਪਾਵੇ ਜੀ, ਇਹ 3-4 ਮਹੀਨੇ ਦਾ ਗੈਪ ਨਾ ਪਾ ਰਹੇ। ਜੀ, ਇਹਦੇ ਨਾਲ ਸਟੇਟਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ। ਜੀ, ਸਟੇਟਾਂ ਓਵਰਡਰਾਫਟ ਜਾਂਦੀਆਂ ਨੇ, ਓਵਰਡਰਾਫਟ 'ਚ 8 ਤੋਂ 9% ਇੰਟਰਸਟ ਬੈਂਕ ਚਾਰਜ ਕਰਦੇ ਆ, ਤਾਂ ਹੋਰ ਕ੍ਰਾਈਸਿਸ ਫਸ ਜਾਂਦੀਆਂ। ਜੀ, ਸੋ ਇਹ ਕਮਿਟਮੈਂਟ ਜਿਹੜੀ ਆ ਹਰ ਮਹੀਨੇ ਨਿਭਾਉਣੀ ਚਾਹੀਦੀ ਹੈ, ਕੇਂਦਰ ਨੂੰ ਨਿਭਾਉਣੀ ਚਾਹੀਦੀ। ਦੂਸਰੀ ਜਿਹੜੀ ਗੱਲ ਹੈ ਉਹ ਜਿਹੜਾ ਇਹਦੇ 'ਚ ਟੈਕਸ ਦਾ ਰੈਵਨਿਊ ਲਾਸ ਹੈ, ਜੀ, ਟੈਕਸ ਦਾ ਘਾਟਾ ਪਿਆ। ਜੇ ਵੈਟ ਸਿਸਟਮ ਪਹਿਲਾਂ ਵੈਟ ਸੀਗਾ, ਵੈਲਿਊ ਐਡਿਡ ਟੈਕਸ ਸੀਗਾ, ਜੀ, ਉਹਦੇ ਤੋਂ ਅਸੀਂ GST 'ਚ ਗਏ ਹਾਂ, ਜੀ, ਤੇ ਉਹਦੇ ਨਾਲ ਕੁਝ ਸਟੇਟਾਂ ਨੂੰ ਨੁਕਸਾਨ ਹੋਇਆ। ਜੀ, ਨੁਕਸਾਨ ਇਸ ਕਰਕੇ ਹੋਇਆ ਕਿ ਹੁਣ ਇਹ ਟੈਕਸ ਦੀ ਉਗਰਾਹੀ ਜਿਹੜੀ ਹੈ ਜਿੱਥੇ ਮਾਲ ਵਿਕਦਾ ਉੱਥੇ ਹੁੰਦੀ ਹੈ। ਜੀ, ਪਹਿਲਾਂ ਟੈਕਸ ਦੀ ਉਗਰਾਹੀ ਜਿਹੜੀ ਵੈਟ ਦੇ ਅੰਡਰ ਹੈ, ਜਿੱਥੇ ਮਾਲ ਪੈਦਾ ਹੁੰਦਾ ਉੱਥੇ ਹੁੰਦੀ ਸੀ, ਬਿਲਕੁਲ। ਤੇ ਉਹ ਜਿਹੜੀ ਹੈ ਸਿਸਟਮ ਜਿਹੜਾ ਹੈ ਉਹਦੇ ਨਾਲ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਅਸਰ ਹੈ। ਬਿਲਕੁਲ। ਤੇ ਉਹ ਜਿਹੜਾ ਸਟੇਟ ਸੈਂਟਰ ਗਵਰਨਮੈਂਟ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ 5 ਸਾਲ ਤੱਕ ਸਟੇਟਾਂ ਦੀ ਭਰਪਾਈ ਕਰਾਂਗੇ ਤੇ 5 ਸਾਲਾਂ ਤੋਂ ਬਾਅਦ ਫਿਰ ਵਿਚਾਰਾਂਗੇ, ਜੇ ਲੋੜ ਆ ਤਾਂ ਫਿਰ ਵੀ ਕਰਾਂਗੇ, ਉਸ ਕਮਿਟਮੈਂਟ ਤੇ ਉਹਨਾਂ ਨੂੰ ਖੜੇ ਹੋਣਾ ਚਾਹੀਦਾ, ਜੀ, ਉਹਨਾਂ ਦੀ ਡਿਊਟੀ ਹੈ। ਜੀ, ਇਹ ਹਿੱਸਾ ਜੇ ਬਰਕਰਾਰ ਰਹਿੰਦਾ ਜੀ, ਹੈ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਸਟੇਟਾਂ ਨੂੰ ਕੀ ਕਰਨਾ ਚਾਹੀਦਾ। ਜੀ, ਸਟੇਟਾਂ ਵਾਸਤੇ ਮੈਂ ਕਹਾਂਗਾ ਕਿ ਬਹੁਤ ਸਾਰੇ ਏਰੀਆ ਨੇ ਜਿਹਦੇ 'ਚ ਸਟੇਟਾਂ ਜਿਹੜੀਆਂ ਨੇ ਉਹ ਬੜੇ ਇਫੈਕਟਿਵਲੀ ਕੰਮ ਕਰ ਸਕਦੀਆਂ ਨੇ। ਜੀ, ਜਿਵੇਂ ਟੈਕਸਾਂ ਦੀ ਲੜੀ ਦੇ ਵਿੱਚ 5-6 ਚੀਜ਼ਾਂ ਜਿਹੜੀਆਂ ਨੇ ਸਟੇਟਾਂ ਦੇ ਕੋਲ ਨੇ। ਜੀ, ਇੱਕ ਤਾਂ ਡੀਜ਼ਲ ਪੈਟਰੋਲ ਹੈ ਜਿੱਤੇ ਸਟੇਟਾਂ ਟੈਕਸ ਲਾਉਂਦੀਆਂ ਨੇ, ਜੀ, ਇੱਕ ਰੇਤਾ ਬਜਰੀ ਹੈ, ਹੂੰ, ਇੱਕ ਐਕਸਾਈਜ਼ ਡਿਊਟੀ ਹੈ ਜੀ, ਲਿਕਰ ਦੇ ਉੱਤੇ ਹੈ, ਇੱਕ ਜਿਹੜੀ ਰੈਵਨਿਊ ਡਿਪਾਰਟਮੈਂਟ ਹੈ ਜਿਹਦੇ 'ਚ ਰਜਿਸਟ੍ਰੇਸ਼ਨ ਟੈਕਸ ਵਗੈਰਾ, ਜੀ, ਜਿਹੜਾ ਐਡਮਿਨਿਸਟ੍ਰੇਸ਼ਨ ਆਫ ਲੈਂਡ ਹੈ, ਭਾਵੇਂ ਸ਼ਹਿਰ 'ਚ ਹੈ ਭਾਵੇਂ ਪਿੰਡ 'ਚ ਹੈ, ਉਹਦੀਆਂ ਰਜਿਸਟਰੀਆਂ 'ਚ ਜਿਹੜੇ ਪੈਸੇ ਹੈ ਸਾਰਾ ਉਹ ਰੈਵਨਿਊ ਇਕੱਠਾ ਕਰਦਾ ਹੈ। ਸੋ 5-6 ਅਜੇ ਵੀ ਮਦਰ ਸਟੇਟਾਂ ਕੋਲ ਨੇ। ਜੀ, ਦੂਸਰਾ ਹੈ ਕਿ ਸਟੇਟਾਂ ਦੇ ਕੋਲ ਨੌਨ ਟੈਕਸ ਰੈਵਨਿਊ ਦੇ ਸੋਰਸ ਨੇ, ਜੀ, ਜਿਨ੍ਹਾਂ 'ਚ ਸਟੇਟ ਦੇ ਅਦਾਰੇ ਆਉਂਦੇ ਨੇ, ਜੀ, ਜਿਵੇਂ PRTC ਹੈ, ਪੰਜਾਬ ਰੋਡਵੇ ਹੈ, ਪਨਗ੍ਰੇਨ ਹੈ, ਪਨਸਪ ਹੈ, ਜੀ, ਇਹੋ ਜਿਹੀਆਂ ਕਾਫੀ ਅਦਾਰੇ ਨੇ ਸਟੇਟ ਗਵਰਨਮੈਂਟ ਦੇ। ਸੋ ਇੱਕ ਤਾਂ ਇਹ ਜਿਹੜੇ ਅਦਾਰੇ ਨੇ, ਜੀ, ਮਾਰਕਫੈਡ ਹੈ, ਮੰਡੀ ਬੋਰਡ ਹੈ, ਇਹ ਜਿਹੜੇ ਅਦਾਰੇ ਨੇ ਇਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੇਜ ਕਰੋ। ਜੀ, ਇਹਦੇ 'ਚ ਪੋਲੀਟੀਕਲ ਬੰਦੇ ਚੇਅਰਮੈਨ ਲਾਉਣ ਦੀ ਬਜਾਏ ਹੂੰ, ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਉਹ ਲਾਉਣ ਤੇ ਉਹਨਾਂ ਦੀ ਅਕਾਊਂਟੇਬਿਲਟੀ ਹੋਵੇ। ਹੂੰ, ਔਰ ਇਹਨਾਂ ਦਾ ਜਿਹੜਾ ਬਜਟ ਹੈ ਉਸ ਜਿਹੜਾ ਅਸੈਂਬਲੀ 'ਚ ਬਜਟ ਹੁੰਦਾ ਉਹਦੇ 'ਚ ਜਾਵੇ। ਜੀ, ਇਹਨਾਂ ਨੇ ਉਹ 'ਚੋਂ ਬਾਹਰ ਕੱਢਿਆ ਹੈ ਸਾਰਾ ਕੰਮ, ਜੀ, ਤੇ ਉਹਦੇ 'ਚ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇ ਉਹ ਘਾਟੇ 'ਚ ਕਿਉਂ ਨੇ। ਜੀ, ਪ੍ਰਾਈਵੇਟ ਸੈਕਟਰ ਦੇ ਵਿੱਚ ਉਹੀ ਅਦਾਰੇ ਪ੍ਰੋਫਿਟ 'ਚ ਨੇ, ਹੂੰ, ਜਿਵੇਂ ਬਾਦਲ ਦੀ ਟਰਾਂਸਪੋਰਟ ਬਹੁਤ ਪ੍ਰੋਫਿਟ ਕਮਾ ਰਹੀ ਹੈ, ਸਮਰੇ ਦੀ ਟਰਾਂਸਪੋਰਟ ਬਹੁਤ ਹੈ, ਜਾਂ ਹੋਰ ਜਿਹੜੇ ਬੰਦੇ ਨੇ ਉਹਨਾਂ ਦੀਆਂ ਟਰਾਂਸਪੋਰਟਾਂ ਬੜੀ ਪ੍ਰੋਫਿਟ ਨੇ। ਸਾਡੀ ਜਿਹੜੀ PRTC ਹੈ ਤੇ ਜਿਹੜਾ ਰੋਡਵੇ ਆ ਉਹ ਘਾਟੇ 'ਚ ਨਾ ਜਾਏ, ਉਹ ਸਟੇਟ ਨੂੰ ਕਮ ਸੇ ਕਮ 4-5% ਰਿਟਰਨ ਦੇਵੇ ਮੁਲਾਜ਼ਮਾਂ ਨੂੰ ਤਨਖਾਹ ਵੀ ਦੇ ਕੇ। ਉਹਦਾ ਤਰੀਕਾ ਇਹ ਹੈ ਕਿ ਜਿਹੜੀਆਂ ਸਟੇਟ ਪ੍ਰਾਈਵੇਟ ਟਰਾਂਸਪੋਰਟ ਹੈ ਉਹ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ, ਜੇ PRTC ਡਰਾਈਵਰ ਦੀ ਤਨਖਾਹ 50,000 ਹੈ ਤਾਂ ਉਹ ਕਿਉਂ 10,000 ਦੇ ਰਹੇ ਨੇ, ਉਹਨਾਂ ਨੂੰ ਇਨਫੋਰਸ ਕੀਤਾ ਜਾਏ ਤੇ ਫੇਅਰ ਕੰਪੀਟੀਸ਼ਨ ਕੀਤਾ ਜਾਏ। ਜੀ, ਸੋ ਇੱਕ ਤਾਂ ਇਹਦੇ ਨਾਲ ਰੈਵਨਿਊ, ਨੌਨ ਟੈਕਸ ਰੈਵਨਿਊ ਅਸੀਂ ਕਹਿੰਦੇ ਆ, ਉਹ ਆ ਸਕਦਾ ਹੈ। ਦੂਜਾ ਕਿ ਜਿਹੜਾ ਟੈਕਸ ਨੇ ਜਿਹੜੇ ਮੈਂ 5-6 ਸੋਰਸਿਸ ਦਿੱਤੇ ਨੇ, ਜੀ, ਉਹਨਾਂ 'ਚ ਕਾਫੀ ਵੱਡੀ ਚੋਰੀ ਹੋ ਰਹੀ ਹੈ। ਜੀ, ਉਹ ਚੋਰੀ ਰੋਕੀ ਜਾ ਸਕਦੀ ਹੈ ਤੇ 25-30 ਹਜ਼ਾਰ ਕਰੋੜ ਜਿਹੜਾ ਹੈ ਉਹ ਹੋਰ ਨਵੇਂ ਟੈਕਸ ਲਾਉਣ ਦੀ ਬਜਾਏ ਟੈਕਸਾਂ ਦੀ ਚੋਰੀ ਰੋਕ ਕੇ ਜਿਹੜਾ ਹੈ ਜੀ, ਉਹ ਪੈਸਾ ਜਿਹੜਾ ਉਹ ਇਕੱਠਾ ਕੀਤਾ ਜਾ ਸਕਦਾ। ਜੀ, ਇਸ ਤੋਂ ਅਗਲੀ ਗੱਲ ਕਿ ਹੁਣ ਸਾਡੇ ਜਿਹੜਾ ਪੰਜਾਬ ਹੈ ਇਹਦੀ
ਪਹਿਲਾਂ ਤੇ ਪਿਛਲੇ 2011 37% ਦੇ ਕਰੀਬ ਲੋਕ ਸ਼ਹਿਰਾਂ 'ਚ ਰਹਿੰਦੇ ਸੀਗੇ ਜੀ। ਹੁਣ ਜਿਹੜੇ ਅੰਕੜੇ ਆਉਣਗੇ 40% ਤੋਂ ਵੱਧ ਹੋਣਗੇ। ਸੋ 40% ਤੋਂ ਵੱਧ ਲੋਕ ਸ਼ਹਿਰਾਂ 'ਚ ਰਹਿ ਰਹੇ ਨੇ ਜੀ। ਤੇ ਇਹਨਾਂ ਦੇ ਕੋਲ 80% ਇਨਕਮ ਦਾ ਸ਼ੇਅਰ ਹੈ ਜੀ। ਜਿੰਨੀ ਸਟੇਟ ਦੀ ਆਮਦਨ ਹੈ। ਤੇ ਸ਼ਹਿਰਾਂ ਦੇ ਵਿੱਚ ਜਿਹੜਾ ਟੈਕਸ ਹੈ ਜੀ ਉਹ ਠੀਕ ਤਰ੍ਹਾਂ ਇਕੱਠਾ ਕਰਨਾ ਚਾਹੀਦਾ ਜੀ। ਜਿਵੇਂ ਹਾਊਸ ਟੈਕਸ ਹੈ, ਪ੍ਰਾਪਰਟੀ ਟੈਕਸ ਜਿਹਨੂੰ ਕਹਿੰਦੇ ਨੇ, ਜੀ। ਉਹ ਬਹੁਤ ਸਾਰੇ ਥਾਵਾਂ ਤੇ ਲਾਇਆ ਨਹੀਂ ਹੈ। ਇੱਕ ਸਰਵੇ ਕੀਤਾ ਜਾ ਸਕਦਾ, ਅੱਜ ਕੱਲ੍ਹ ਡਰੋਨ ਨਾਲ ਸਰਵੇ ਹੋ ਜਾਂਦਾ ਕਿੰਨੇ ਘਰ ਨੇ, ਜੀ। ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਹਰ ਘਰ ਤੋਂ ਛੋਟੇ ਜਿਹੜੇ 50 ਗਜ ਦੇ ਘਰ ਨੇ ਉਹਨਾਂ ਨੂੰ ਛੱਡ ਕੇ, ਗਰੀਬਾਂ ਨੂੰ ਛੱਡ ਕੇ, ਜਿਹੜੇ ਇਸ ਤੋਂ ਵੱਧ ਦੇ ਘਰ ਨੇ ਉਹਨਾਂ ਤੇ ਟੈਕਸ ਲਾ ਕੇ ਪ੍ਰਾਪਰਟੀ ਟੈਕਸ ਜਿਹੜਾ ਇਕੱਠਾ ਕਰਨਾ ਚਾਹੀਦਾ ਜੀ। ਦੂਸਰਾ, ਜਿਹੜੇ ਸੀਵਰੇਜ ਤੇ ਵਾਟਰ ਸਪਲਾਈ ਹੈ ਉਹਦੇ ਬਿੱਲ ਠੀਕ ਤਰ੍ਹਾਂ ਕਲੈਕਟ ਕਰਨੇ ਚਾਹੀਦੇ ਨੇ। ਜੀ। ਅਸੀਂ ਇੱਥੇ ਬੈਠੇ ਦੇ ਰਹੇ ਹਾਂ, ਲੇਕਿਨ ਬਹੁਤ ਸਾਰੀਆਂ ਕਲੋਨੀ 'ਚ ਕੋਈ ਬਿੱਲ ਨਹੀਂ ਹੈ। ਜੀ। ਇਸੇ ਤਰ੍ਹਾਂ ਸਟਰੀਟ ਲਾਈਟ ਹੈ, ਜੀ। ਉਹ ਜਿਹੜੀ ਉਹਦੀ ਰਿਕਵਰੀ ਹੋਣੀ ਚਾਹੀਦੀ ਆ। ਪਾਰਕ ਮੇਨਟੇਨ ਹੋਣੇ ਨੇ, ਸ਼ਹਿਰਾਂ 'ਚ ਸੜਕਾਂ ਬਣਨੀਆਂ ਨੇ। ਇਹਦੇ ਵਾਸਤੇ ਚੁੰਗੀ ਜਿਹੜੀ ਖਤਮ ਕੀਤੀ ਆ ਉਹਦੇ ਥਾਂ ਕੋਈ ਹੋਰ ਟੈਕਸ ਸੋਚ ਕੇ ਲਾਉਣਾ ਚਾਹੀਦਾ, ਤਾਂ ਕਿ ਜਿਹੜੇ ਮਿਊਨਿਸਪੈਲਿਟੀਜ਼ ਨੇ ਜਿਨ੍ਹਾਂ ਨੂੰ ਕੰਸੋਲੀਡੇਟਡ ਅਕਾਊਂਟ 'ਚੋਂ 10% ਅਸੀਂ ਪੈਸਾ ਦੇ ਰਹੇ ਹਾਂ। ਕਿਸਾਨਾਂ ਦੀ ਬਿਜਲੀ ਤੇ ਗੱਲ ਹੁੰਦੀ ਹੈ ਤੇ ਕਦੀ ਗੱਲ ਨਹੀਂ ਹੋਈ, ਉਹ ਪੈਸਾ ਸਟੇਟ ਕੋਲ ਰਹੇ ਤੇ ਇਹਦੇ ਨਾਲ 30-40 ਹਜ਼ਾਰ ਕਰੋੜ ਦਾ ਐਡੀਸ਼ਨਲ ਤੁਹਾਡੇ ਕੋਲ ਪੂਲ ਬਣ ਜਾਂਦਾ ਹੈ। ਦਰਅਸਲ ਤੁਹਾਡੇ ਇਹਨਾਂ ਸੁਝਾਵਾਂ ਦੇ ਨਾਲ ਸ਼ਾਇਦ ਸ਼ਹਿਰੀ ਲੋਕ ਜਿਹੜੇ ਉਹ ਕਹਿਣ ਕਿ ਲੋਕਾਂ ਦੀ ਇਨਕਮ ਵਧਾਉਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ, ਲੋਕਾਂ ਦੇ ਉੱਤੇ ਟੈਕਸ ਥੋਪਣ ਦੀ ਗੱਲ ਹੋਈ। ਟੈਕਸ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਕਿ ਐਸ ਕਲੋਨੀ 'ਚ ਟੈਕਸ ਦੇ ਰਿਹਾ ਬੰਦਾ, ਦੂਜੀ ਕਲੋਨੀ 'ਚ ਨਹੀਂ ਦੇ ਰਿਹਾ। ਇਹ ਜਿਹੜੀ ਯੂਨੀਫਾਰਮਿਟੀ ਕਰਨ ਦੇ ਨਾਲ ਤੇ ਟੈਕਸ ਠੀਕ ਕਰਾਉਣ ਨਾਲ ਕੋਈ 30-35 ਹਜ਼ਾਰ ਕਰੋੜ ਤੁਸੀਂ ਮੋਬਿਲਾਈਜ਼ ਕਰ ਸਕਦੇ। ਇਹਦੇ ਚੋਂ ਫੈਸਲਾ ਕਰ ਲਓ ਕਿ ਅਗਲੇ ਸਾਲ ਅਸੀਂ ਕੋਈ ਕਰਜ਼ਾ ਨਹੀਂ ਲੈਣਾ ਤੇ ਕਰਜ਼ੇ ਨੂੰ ਅਸੀਂ ਫਰੀਜ਼ ਕਰਤਾ ਜਿੱਥੇ ਆ, ਨਵਾਂ ਕਰਜ਼ਾ ਨਹੀਂ ਲਵਾਂਗੇ। ਤਾਂ ਉਹਦੇ ਚੋਂ ਕਰਜ਼ੇ ਦੀ ਕਿਸ਼ਤ ਜਾਊਗੀ 15,000 ਕਰੋੜ ਦੀ ਪੁਰਾਣੇ ਦੀ, ਕੁਝ ਵਿਆਜ ਜਾਊਗਾ, ਤਾਂ ਤੁਹਾਡਾ ਅਗਲੇ ਸਾਲ ਕਰਜ਼ਾ ਜਿਹੜਾ 2.5 ਕਰੋੜ ਹੈ ਉਹ 2,30,000 ਕਰੋੜ ਹੈ ਜੀ। ਠੀਕ ਹੈ, ਇਦਾਂ 10-15 ਸਾਲ ਦੇ ਕਰਜ਼ਾ ਰਿਟਾਇਰ ਕਰ ਸਕਦੇ ਜੀ। ਤੇ ਲੋਕਾਂ ਦੀ ਇਨਕਮ ਫਿਰ ਕਿੱਦਾਂ ਵਧੇਗੀ? ਲੋਕਾਂ ਦੀ ਇਨਕਮ ਵਧਣ ਬਾਰੇ ਵੀ ਸੋਚਣਾ ਚਾਹੀਦਾ। ਬਾਕੀ ਦੱਸ ਰਿਹਾ ਨਾ, ਜਿਹੜਾ ਬਾਕੀ ਬਚਦਾ 15-20 ਹਜ਼ਾਰ ਕਰੋੜ ਜਿਹੜਾ, ਉਹਨੂੰ ਤੁਸੀਂ ਡਿਵੈਲਪਮੈਂਟ ਵਿੱਚ ਖਰਚੋ। ਡਿਵੈਲਪਮੈਂਟ ਦੇ ਵਿੱਚ ਖੇਤੀ ਦੀ ਡਿਵੈਲਪਮੈਂਟ ਕਿਵੇਂ ਕਰਨੀ ਆ, ਜਿਹੜੀ ਇੰਡਸਟਰੀ ਆ ਉਹਦੀ ਡਿਵੈਲਪਮੈਂਟ ਕਿਵੇਂ ਕਰਨੀ ਆ, ਰੁਜ਼ਗਾਰ ਕਿਵੇਂ ਚਲਾਉਣੇ ਨੇ, ਸਹਾਇਤਾ ਲੋਕਾਂ ਨੂੰ ਕਿਵੇਂ ਕਰਨੀ ਆ, ਇਹ ਇਹੋ ਜਿਹੇ ਪ੍ਰੋਜੈਕਟ ਉਲੀਕੇ ਜਾ ਸਕਦੇ। ਇੱਕ ਪਲਾਂਟ ਤਰੀਕੇ ਦੇ ਨਾਲ ਪੰਜਾਬ ਨੂੰ ਮੁੜਦੀਆਂ ਤੇ ਲਿਆਂਦਾ ਜਾ ਸਕਦਾ ਜੀ। ਮੇਰੀ ਇਹ ਧਾਰਨਾ। ਸਰਕਾਰ ਨੂੰ ਤੁਸੀਂ ਇਹ ਸੁਝਾਅ ਦਿੱਤੇ ਸੀ ਕਿਸੇ ਵੇਲੇ? ਕਈ ਵਾਰੀ ਪੁੱਛਦੇ ਨੇ ਤੁਹਾਨੂੰ, ਜਦੋਂ ਆਪੋਜੀਸ਼ਨ ਦੇ ਪੋਲੀਟੀਸ਼ੀਅਨ ਉਦੋਂ ਆਉਂਦੇ ਨੇ ਤੁਹਾਨੂੰ ਪੁੱਛਣ, ਜਦੋਂ ਰਾਜ ਭਾਗ ਚਲੇ ਜਾਂਦੇ ਫਿਰ ਕੋਈ ਨਹੀਂ ਪੁੱਛਦਾ, ਫਿਰ ਉਹ ਬਿਊਰੋਕ੍ਰੇਸੀ ਨਾਲ ਚੱਲਦੇ ਨੇ, ਫਿਰ ਆਲੂ ਵਾਲੀ ਇਹਦੀ ਮੰਨਦੇ ਨੇ, ਸਾਡੀ ਥੋੜੀ ਮੰਨਦੇ ਨੇ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਅਰਥ ਵਿਗਿਆਨੀ ਡਾਕਟਰ ਸੁੱਚਾ ਸਿੰਘ ਗਿੱਲ ਸਾਹਿਬ। ਤੁਸੀਂ ਸੁਣਿਆ ਹੋਣੇ ਕਿ ਪੰਜਾਬ ਦਾ ਆਰਥਿਕ ਸੰਕਟ ਜਿਹੜਾ ਉਹ ਕਿੰਨਾ ਕੁ ਗੰਭੀਰ ਹੋ ਚੁੱਕਿਆ, ਕਿੰਨਾ ਕੁ ਡੂੰਘਾ ਹੋ ਚੁੱਕਿਆ, ਨੁਕਸਾਨ ਕਿੱਥੇ ਕਿੱਥੇ ਝੱਲਣਾ ਪੈ ਰਿਹਾ, ਇਹਦੇ ਹੱਲ ਵੀ ਇਹਨਾਂ ਨੇ ਦੱਸੇ ਨੇ। ਸਰਕਾਰਾਂ ਮੰਨਦੀਆਂ ਜਾਂ ਨਹੀਂ ਮੰਨਦੀਆਂ, ਇਸ ਸਮੇਂ ਦੇ ਗਰਭ ਵਿੱਚ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ? ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਨਾਲੋਂ ਨਾਲ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦਾ ਕਿ ਅਸੀਂ ਖੇਤੀ ਸੰਕਟ ਦੇ ਉੱਤੇ ਵੀ ਦੂਸਰੀ ਜਿਹੜੀ ਹੈ ਉਹ ਚਰਚਾ ਨਾਲ ਹੀ ਲਿੰਕ ਦੇ ਰਹੇ ਹਾਂ। ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਪਿੰਨ ਟੂ ਟੌਪ ਕੀਤਾ ਜਾ ਰਿਹਾ, ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਨਾਲ ਐਂਡ ਸਕਰੀਨ ਦੇ ਵਿੱਚ ਵੀ ਇੱਥੇ ਨਾਲ ਲਿੰਕ ਤੁਹਾਨੂੰ ਸ਼ੋ ਹੋ ਰਿਹਾ। ਤੁਸੀਂ ਉਸ ਉੱਤੇ ਜਾ ਕੇ ਖੇਤੀ ਸੰਕਟ ਨੂੰ ਕਿੱਦਾਂ ਇਸ ਵਿੱਚੋਂ ਉੱਭਰ ਸਕਦੇ ਹਾਂ, ਕਿਸ ਤਰ੍ਹਾਂ ਬਾਹਰ ਆ ਸਕਦੇ ਹਾਂ, ਉਹ ਵੀ ਸੁਣ ਸਕਦੇ ਹੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।